ਟੀਵੀ ਪੰਜਾਬ ਤੇ ਸਾਡੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਦਵੀ ਦਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਭਰ ਵਿੱਚ ਵੱਖ-ਵੱਖ ਜਥੇਬੰਦੀਆਂ ਨੇ, ਲੋਕ ਪੱਖੀ ਜਥੇਬੰਦੀਆਂ ਅਤੇ ਵਿਦਿਆਰਥੀਆਂ, ਕਾਰਕੁਨਾਂ ਅਤੇ ਅਧਿਆਪਕਾਂ ਨੇ ਇੱਕ ਦਿਨ ਆਪਣੇ-ਆਪਣੇ ਘਰਾਂ ਵਿੱਚ ਭੁੱਖ ਹੜਤਾਲ ਕੀਤੀ। ਇਹ ਆਪਣੇ-ਆਪਣੇ ਘਰਾਂ ਵਿੱਚ ਭੁੱਖ ਹੜਤਾਲ ਕਰਨ ਦਾ ਕਾਰਨ ਇਹ ਸੀ ਕਿ COVID-19 ਕਾਰਨ ਉਹ ਜਨਤਕ ਤੌਰ ਤੇ ਬਾਹਰ ਨਹੀਂ ਸਨ ਆ ਸਕਦੇ। ਬਾਕੀ ਸਭ ਦੀ ਅਤੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਨੇ ਆਪਣੇ ਹੀ ਘਰਾਂ ਵਿੱਚ ਇਹ ਭੁੱਖ ਹੜਤਾਲ ਕੀਤੀ। ਇਸ ਇੱਕ ਦਿਨਾਂ ਭੁੱਖ ਹੜਤਾਲ ਦਾ ਸੱਦਾ ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ ਵੱਲੋਂ ਦਿੱਤਾ ਗਿਆ ਸੀ। ਪ੍ਰੋਫੈਸਰ ਜਗਮੋਹਨ ਸਿੰਘ, ਜੋ ਸਾਡੇ ਸਮਾਜਿਕ ਕਾਰਕੁਨ ਅਤੇ ਸਾਡੀ ਬਹੁਤ ਸਤਿਕਾਰਯੋਗ ਹਸਤੀ ਹਨ, ਅਤੇ ਇਸ ਦੇ ਨਾਲ ਹੀ ਉਹ ਸਾਡੇ ਸਿਰਮੌਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਉਹਨਾਂ ਦੇ ਭਾਣਜੇ ਹਨ। ਅਸੀਂ ਹੁਣ ਉਹਨਾਂ ਨਾਲ ਗੱਲਬਾਤ ਲਈ ਜੁੜਦੇ ਹਾਂ। ਪ੍ਰੋਫੈਸਰ ਜਗਮੋਹਨ ਸਿੰਘ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਡੇ ਟੀਵੀ ਪੰਜਾਬ ਦੇ ਸਰੋਤਿਆਂ ਨੂੰ, ਤੇ ਮੇਰੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪ੍ਰੋਫੈਸਰ ਸਾਹਿਬ, ਇਹ ਜਿਹੜੀ ਇੱਕ ਦਿਨ ਦੀ ਭੁੱਖ ਹੜਤਾਲ ਸੀ ਵੱਖ-ਵੱਖ ਜਥੇਬੰਦੀਆਂ ਵੱਲੋਂ, ਵੈਸੇ ਤਾਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਵੀ ਕੀਤੀ ਗਈ ਤੇ ਬਹੁਤ ਸਾਰੇ ਵਿਦਵਾਨਾਂ ਨੇ ਇਹਦੇ ਵਿੱਚ ਹਿੱਸਾ ਲਿਆ, ਕਾਰਕੁਨਾਂ ਨੇ, ਵਿਦਿਆਰਥੀਆਂ ਨੇ, ਅਧਿਆਪਕਾਂ ਨੇ, ਤੇ ਇਹਦੇ ਬਾਰੇ ਇਹ ਦੋ ਕਾਰਕੁਨਾਂ ਨੂੰ ਸੁਪਰੀਮ ਕੋਰਟ ਵੱਲੋਂ ਅਦਾਲਤ ਅੱਗੇ ਪੁਲਿਸ ਅੱਗੇ ਸਮਰਪਣ ਕੀਤੇ ਜਾਣ ਲਈ ਕਹੇ ਜਾਣ ਦੇ ਸਿਲਸਿਲੇ ਵਿੱਚ ਸੀ। ਇਹ ਦੋਵੇਂ ਕਾਰਕੁਨ ਗੌਤਮ ਨਵਲਖਾ ਅਤੇ ਆਨੰਦ ਤੈਲਤੁੰਬੜੇ ਨੇ, ਤੇ ਇਹਦੇ ਬਾਰੇ ਤੁਸੀਂ ਥੋੜਾ ਹੋਰ ਖੁਲਾਸਾ ਸਾਡੇ ਟੀਵੀ ਪੰਜਾਬ ਦੇ ਦਰਸ਼ਕਾਂ ਅੱਗੇ ਕਰੋਗੇ? ਮਤਲਬ ਇਹ ਕਿ ਕੱਲ ਬਾਬਾ ਸਾਹਿਬ ਅੰਬੇਦਕਰ ਦਾ ਜਨਮ ਦਿਨ ਵੀ ਸੀ। ਕਨਸਟੀਟਿਊਸ਼ਨ ਨੂੰ ਜਿਨ੍ਹਾਂ ਨੇ ਕਾਫੀ ਮਿਹਨਤ ਕਰਕੇ ਇੱਕ ਬਣਾਇਆ, ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਅਗਰ ਚੰਗੇ ਲੋਕ ਆਉਣਗੇ ਤੇ ਇਹ ਅਗਰ ਮਾੜਾ ਵੀ ਹੋਇਆ ਤੇ ਚੰਗਾ ਹੋ ਜਾਏਗਾ, ਤੇ ਜੇ ਮਾੜੇ ਲੋਕ ਆ ਗਏ ਤੇ ਚੰਗਾ ਕਨਸਟੀਟਿਊਸ਼ਨ ਜਿਹੜਾ ਉਹ ਵੀ ਮਾੜਾ ਹੋ ਜਾਏਗਾ। ਕੱਲ ਦਾ ਅਸੀਂ ਸਮਝਦੇ ਹਾਂ ਕਿ ਇਹ ਕਾਲਾ ਦਿਨ ਸੀ ਜਦੋਂ ਕਨਸਟੀਟਿਊਸ਼ਨ ਦੇ ਉੱਤੇ ਇੱਕ ਉਹਦੀਆਂ ਵੈਲਿਊਜ਼ ਤੇ ਹਮਲਾ ਸੀ, ਜਦੋਂ ਕਿ ਬਹੁਤ ਸਾਰੇ ਲੋਕਾਂ ਨੂੰ ਕਰੋਨਾ ਵਾਇਰਸ ਕਰਕੇ ਜੇਲ੍ਹਾਂ ਵਿੱਚੋਂ ਛੱਡਿਆ ਜਾ ਰਿਹਾ, ਉਹਨਾਂ ਨੂੰ ਜਿਹੜੇ ਹਾਰਡਨ ਕ੍ਰਿਮੀਨਲ ਨੇ। ਲੇਕਿਨ ਇਹ ਦੋ ਪੋਲੀਟੀਕਲ ਕਾਰਕੁਨ ਜਿਹੜੇ ਕਿ ਕਾਮਨ ਆਦਮੀ ਦੀ ਹਮਦਰਦੀ ਵਿੱਚ ਨੇ, ਡਾਕਟਰ ਆਨੰਦ ਤੈਲਤੁੰਬੜੇ ਜਿਹੜੇ ਨੇ, ਉਹ ਇਨਸੀਡੈਂਟਲੀ, ਹਾਲਾਂਕਿ ਉਹਨਾਂ ਦਾ ਇਹ ਕੋਈ ਬਹੁਤ ਵੱਡੀ ਕੁਆਲੀਫਿਕੇਸ਼ਨ ਨਹੀਂ ਹੈ ਕਿ ਉਹ ਬਾਬਾ ਸਾਹਿਬ ਅੰਬੇਦਕਰ ਦੇ ਮਤਲਬ ਗ੍ਰੇਟ ਸਨ ਇਨ ਲਾ ਨੇ, ਲੇਕਿਨ ਉਹਨਾਂ ਨੇ ਜਿੰਨਾ ਕੰਮ ਕੀਤਾ ਹੈ ਕਿ ਉਹ ਅੱਜ ਪੰਜਾਬ ਦੀ ਮਤਲਬ ਹਿੰਦੁਸਤਾਨ ਦੀ ਉਹਨਾਂ ਹਸਤੀਆਂ ਵਿੱਚੋਂ ਨੇ ਜਿਹੜੇ ਗ੍ਰੇਟ ਬਿਗ ਡਾਟਾ ਦਾ ਹੈਂਡਲ ਕਰਦੇ ਨੇ। ਮੈਂ ਵੀ ਕੰਪਿਊਟਰ ਸਾਇੰਸ ਦਾ ਹੈਗਾ, ਲੇਕਿਨ ਉਹ ਅਥਾਰਟੀ ਨੇ, ਔਰ ਉਹਨਾਂ ਨੇ IIT ਖੜਗਪੁਰ ਵਿੱਚ ਪੜ੍ਹਾਇਆ, ਲੇਕਿਨ ਉਹਨਾਂ ਉੱਤੇ ਇਹ UAPA ਲਗਾਉਣਾ, ਔਰ ਨਾਲ ਹੀ ਗੌਤਮ ਨਵਲਖਾ ਜਿਹੜੇ ਕਿ ਲਗਾਤਾਰ ਮਤਲਬ ਡੈਮੋਕ੍ਰੇਟ ਰਾਈਟਸ ਵਾਸਤੇ ਮਤਲਬ ਖੜੇ ਹੁੰਦੇ ਨੇ, ਔਰ ਅੱਜ ਵੀ ਉਹ ਮਤਲਬ ਲਗਾਤਾਰ ਤੁਸੀਂ ਵਾਇਰ ਦੇ ਉੱਤੇ ਉਹਨਾਂ ਦੀ ਕਮੈਂਟਰੀ ਵੀ ਸੁਣ ਸਕਦੇ ਹੋ। ਔਰ ਉਹਨਾਂ ਨੂੰ ਸਿਰਫ ਇਸ ਕਰਕੇ ਕਿ ਅਦਾਲਤ ਨੂੰ ਇਹ ਕਿਹਾ ਸੀ ਕਿ ਤੁਸੀਂ ਕਰੋਨਾ ਜਿਹੜਾ ਹੈ ਇਹਦੇ ਵਿੱਚ, ਕਿਉਂਕਿ ਤੁਸੀਂ ਜੇਲ੍ਹਾਂ 'ਚ ਤੁਹਾਡੇ ਫੈਸਿਲਿਟੀਜ਼ ਨਹੀਂ ਹੈ, ਇਹਨਾਂ ਨੂੰ ਦਿਓ, ਲੇਕਿਨ ਉਹਨਾਂ ਨੇ ਨਹੀਂ ਮੰਨਿਆ। ਤਾਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਲੱਗਾ ਕਿ ਇਹ ਦਿਨ ਜਿਹੜਾ ਕਿ 14 ਅਪ੍ਰੈਲ ਦਾ ਦਿਨ ਹੈ, ਅੰਬੇਦਕਰ ਦੇ ਜਨਮ ਦਾ ਦਿਨ ਹੈ, ਔਰ ਕੋਰਟ ਨੇ ਕਿਹਾ ਕਿ ਪੇਸ਼ ਹੋਣ, ਹਾਲਾਂਕਿ ਉਹਨਾਂ ਨੇ ਆਪਣੇ ਆਪਣੇ ਬਿਆਨ ਵੀ ਦਿੱਤੇ, ਉਹਨਾਂ ਦੀ ਮਤਲਬ ਸਪੋਰਟ ਵਿੱਚ ਉਹਨਾਂ ਦੇ ਨਾਲ ਇੱਕ ਮੁਕਤਾ ਦਿਖਾਉਣ ਲਈ ਮਤਲਬ ਪੰਜਾਬ ਦੀਆਂ ਬਹੁਤ ਸਾਰੀਆਂ ਜਿਹੜੀਆਂ ਵਿਦਿਆਰਥੀ, ਕਿਸਾਨ ਔਰ ਡੈਮੋਕ੍ਰੈਟਿਕ ਜਮਹੂਰੀ ਜਥੇਬੰਦੀਆਂ ਜਿਹੜੀਆਂ ਸੀ, ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਅੱਜ ਇੱਕ ਦਿਨ ਮਤਲਬ ਭੁੱਖ ਹੜਤਾਲ ਕਰਾਂਗੇ ਔਰ ਉਹਦੇ ਨਾਲ ਸਪੋਰਟ ਦੇਵਾਂਗੇ। ਇਹਦੇ ਨਾਲ ਵੱਖਰੇ ਵੱਖਰੇ, ਜਿਵੇਂ ਤੁਸੀਂ ਕਿਹਾ ਕਿ ਕੈਨੇਡਾ ਤੋਂ ਵੀ ਸਪੋਰਟ ਆਈ, ਮਤਲਬ ਹੁਣੇ ਮੇਰੇ ਇੰਗਲੈਂਡ ਵਿੱਚ ਕੁਛ ਹੋ ਰਹੀ ਸੀ, ਉਹਨਾਂ ਦੀ ਵੀ ਸਪੋਰਟ ਮਤਲਬ ਹੈਗੀ ਹੈ। ਤੋ ਇਸ ਕਰਕੇ ਇਹ ਵਿਸ਼ਾ ਜਿਹੜਾ ਮੈਂ ਸਮਝਦਾ ਅੱਜ ਬਹੁਤ ਮਤਲਬ ਹੈ, ਔਰ ਕਿਉਂਕਿ ਮੈਂ ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ ਦਾ ਚੇਅਰਪਰਸਨ ਵੀ ਹਾਂ, ਔਰ ਉਹ ਅਸੀਂ ਸਮਝਦੇ ਕਿ ਸਭ ਤੋਂ ਮੂਲ ਅਧਿਕਾਰ ਜਿਹੜਾ ਕਦੀ ਜਸਟਿਸ ਕੁਲਦੀਪ ਸਿੰਘ ਨੇ ਮਤਲਬ ਕੀਤਾ ਸੀ ਕਿ ਜਿਹੜਾ ਵਿੱਦਿਆ ਦਾ ਹੱਕ ਹੈ ਉਹ, ਔਰ ਡਾਕਟਰ ਆਨੰਦ ਸਾਡੇ ਉਸ ਮਤਲਬ ਮੂਵਮੈਂਟ ਵਿੱਚ ਵੀ ਨੇ, ਔਰ ਇਸ ਕਰਕੇ ਅਸੀਂ ਇਹ ਸਮਝਦੇ ਸੀ ਕਿ ਵੀ ਇਹਦੇ ਤੇ ਸਾਨੂੰ ਇੱਕ ਯਾਹਿਦੀ ਦਿਖਾਉਣੀ ਚਾਹੀਦੀ ਹੈ। ਔਰ ਜਿਹੜੇ ਇਹਦੇ ਨਾਲ ਹੀ ਕਨਸਟੀਟਿਊਸ਼ਨ ਤੇ ਹੋਰ ਹਮਲੇ ਹੋ ਰਹੇ ਨੇ, ਔਰ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਕਿ RSS ਦੇ ਆਈਡੀਓਲੋਗ ਡਾਕਟਰ ਰਾਕੇਸ਼ ਸਿਨਹਾ ਨੇ
ਮਤਲਬ ਇਹ ਮੂਵ ਕੀਤਾ ਹੈ ਕਿ ਸਮਾਜਵਾਦ ਵਰਡ ਜਿਹੜਾ ਹੈ ਉਹ ਪ੍ਰੀਐਂਬਲ ਚੋਂ ਕੱਢ ਦਿੱਤਾ ਜਾਏ। ਮਤਲਬ ਸੈਕੂਲਰਿਜ਼ਮ ਤੇ ਸਮਾਜਵਾਦ ਤੋਂ ਉਹਨਾਂ ਨੂੰ ਕਿਉਂ ਲੜਾਈ ਹੈਗੀ। ਔਰ ਮੈਂ ਸਮਝਦਾ ਕਿ ਭਗਤ ਸਿੰਘ ਦੀ ਜਿਹੜੀ ਪੋਲੀਟੀਕਲ ਕੰਟਰੀਬਿਊਸ਼ਨ ਹੈ ਉਹ ਉਹਨਾਂ ਦਾ ਨਾ ਬਰਾਬਰੀ ਨੂੰ ਖਤਮ ਕਰਨ ਦਾ ਜਿਹੜਾ ਜਵਾਬ ਸੀ ਉਹ ਉਹਨਾਂ ਨੇ ਸਮਾਜਵਾਦ ਸ਼ਬਦ ਵਿੱਚ ਦਿੱਲੀ 'ਚ ਖੜੇ ਹੋ ਕੇ 8-9 ਸਤੰਬਰ 1928 ਨੂੰ ਦਿੱਤਾ ਸੀ। ਤੋ ਅੱਜ ਤੁਸੀਂ ਉਹ ਸਾਰੀ ਲਿਗੇਸੀ ਨੂੰ, ਦੂਜੇ ਬੰਨੇ ਇਹ ਕਿਹਾ ਜਾਂਦਾ ਕਿ ਅਸੀਂ ਆਪਣੀ ਫੰਡਾਮੈਂਟਲ ਡਿਊਟੀਜ਼ ਕਰੀਏ, ਔਰ ਫੰਡਾਮੈਂਟਲ ਡਿਊਟੀਜ਼ ਵਿੱਚ ਇੱਕ ਅਹਿਮ ਡਿਊਟੀ ਇਹ ਹੈ ਕਿ ਅਸੀਂ ਉਹਨਾਂ ਵੈਲਿਊਜ਼ ਨੂੰ, ਜਿਨ੍ਹਾਂ ਵੈਲਿਊਜ਼ ਨਾਲ ਆਜ਼ਾਦੀ ਦੀ ਲੜਾਈ ਲੜੀ ਗਈ ਸੀ, ਉਹਨਾਂ ਨੂੰ ਅੱਗੇ ਵਧਾਉਣ ਵਿੱਚ ਆਪਣਾ ਹਿੱਸਾ ਪਾਈਏ। ਤੋ ਉਹ ਹੈ ਕਿ, ਔਰ ਦੂਜਾ ਜਿਹੜਾ ਹੈਗਾ ਕਿ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਡਾਇਰੈਕਟਿਵ ਪ੍ਰਿੰਸੀਪਲਸ ਵਿੱਚ ਹੈ, ਔਰ ਡਾਇਰੈਕਟਿਵ ਪ੍ਰਿੰਸੀਪਲ ਦਾ ਇੱਕ ਹਿੱਸਾ ਜਿਹੜਾ ਹੈ ਉਹ ਲੋਕਾਂ ਦੇ ਭਲੇ ਦੇ ਵਾਸਤੇ ਕੰਮ ਕਰਨ ਦਾ, ਨਾ ਬਰਾਬਰੀ ਖਤਮ ਕਰਨ ਦਾ ਹੈ। ਲੇਕਿਨ ਇਹ ਬੜੀ ਅਜੀਬ ਗੱਲ ਹੈ ਕਿ ਪਿਛਲੇ 17 ਸਾਲਾਂ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਸੀ ਉਹ ਨਾ ਨਿਭਾ ਕੇ ਹੁਣ ਇਹ ਉਹਦੇ ਤੋਂ ਬਿਲਕੁਲ ਹੀ ਮੁਕਤ ਹੋਣਾ ਚਾਹੁੰਦੇ ਨੇ। ਤੋ ਇਸ ਕਰਕੇ ਇਸ ਚੇਤਨਤਾ ਨੇ, ਔਰ ਖਾਸ ਤੌਰ ਤੇ ਇਹ ਇੱਕ ਸਿੰਬਲ ਹੈ, ਔਰ ਇਹ 11ਵੇਂ ਮਹੀਨੇ 9 ਪਹਿਲਾਂ ਜਿਹੜੇ ਨੇ ਫੜੇ ਹੋਏ ਨੇ, ਔਰ 1.5 ਸਾਲ ਤੋਂ ਫੜਿਆ ਹੋਇਆ, ਔਰ ਅਜੇ ਤੱਕ ਉਹ ਉਹਨਾਂ ਦਾ ਕੇਸ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ ਸਰਕਾਰ। ਮਤਲਬ ਜਿਹੜਾ ਕਿ UAPA ਇਹ ਵੀ ਯਾਦ ਕਰਾਉਂਦਾ, ਕਿਉਂਕਿ ਸਾਨੂੰ ਇਹ ਵੀ ਲੱਗ ਰਿਹਾ ਸੀ ਕਿ 13 ਅਪ੍ਰੈਲ ਨੂੰ ਆਪਾਂ ਜਲਿਆਂਵਾਲੇ ਬਾਗ ਦਾ 101 ਸਾਲਾ ਮਨਾ ਰਹੇ ਸੀ, ਔਰ ਉਹ ਰੌਲਟ ਐਕਟ ਦੇ ਖਿਲਾਫ ਸੀ। ਔਰ UAPA ਜਿਹੜਾ ਹੈ ਉਹ ਰੌਲਟ ਦਾ ਹੀ ਅਵਤਾਰ ਹੈ ਕਿ ਨਾ ਦਲੀਲ, ਨਾ ਅਪੀਲ, ਨਾ ਵਕੀਲ, ਫੜ ਕੇ ਤੁਸੀਂ ਬੰਦਿਆਂ ਨੂੰ ਅੰਦਰ ਦੇ ਦਿਓ, ਔਰ ਸਾਲ ਭਰ ਉਹਨਾਂ ਨੂੰ ਬੋਲਣ ਨੂੰ, 2 ਸਾਲ ਹੁਣ ਤੇ 1.5 ਸਾਲ ਹੋ ਚੱਲਿਆ, ਔਰ ਇਹਨਾਂ ਵਾਸਤੇ ਵੀ ਇਹੀ ਹੈਗਾ ਕਿ ਜਿਹਨੂੰ ਤੁਸੀਂ ਚੁੱਪ ਕਰਾਉਣਾ ਹੈ ਉਹਨੂੰ ਚੁੱਪ ਕਰਕੇ ਉਹਦੇ ਤੇ UAPA ਲਗਾ ਦਿਓ। ਔਰ ਅੱਜ ਤੱਕ ਮਤਲਬ UAPA 'ਚ 3% ਤੋਂ ਵੱਧ ਮਤਲਬ ਇਹ ਕੋਈ ਉਹਦੇ ਤੇ ਸਜ਼ਾ ਨਹੀਂ ਦਵਾ ਸਕੇ। ਲੇਕਿਨ ਲੋਕਾਂ ਦੀ ਜ਼ੁਬਾਨ ਬੰਦ ਕਰਨੀ ਔਰ ਜਿਹੜਾ ਡਿਬੇਟ ਨੂੰ ਖਤਮ ਕਰਨਾ, ਔਰ ਇਹ ਡੈਮੋਕ੍ਰੇਸੀ ਦਾ ਜਿਹੜਾ ਮੂਲ ਮੰਤਰ ਹੈ ਕਿ ਲੋਕ ਆਪਣੀ ਗੱਲ ਖੁੱਲ ਕੇ ਕਹਿ ਸਕਣ ਔਰ ਸਰਕਾਰ ਉਹਦੀ ਜਵਾਬਦੇਹੀ ਹੋਵੇ, ਉਹਦੇ ਉਲਟ ਆਪਾਂ ਕੱਲ ਹੀ ਇਹ ਦੇਖਿਆ ਕਿ UP ਵਿੱਚ ਮਤਲਬ ਵਰਦਰਾਜਨ ਉਹਨਾਂ ਉੱਤੇ, ਜਿਹੜੇ ਕਿ ਇੱਕ ਬਹੁਤ ਮੁਤਬਰ ਜਰਨਲਿਸਟ ਨੇ, ਉਹਨਾਂ ਉੱਤੇ ਪੁਲਿਸ ਚੜ੍ਹ ਕੇ ਆ ਜਾਂਦੀ ਹੈ ਕਿਉਂਕਿ 66A ਦੇ ਅੰਡਰ। ਔਰ ਇਹ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ 66A ਜਿਹੜਾ ਹੈ ਉਹ ਆਲਰੇਡੀ ਸੁਪਰੀਮ ਕੋਰਟ ਸਟ੍ਰਾਈਕ ਡਾਊਨ ਕਰ ਚੁੱਕੀ ਹੈ, ਔਰ ਉਹਦੇ ਤੋਂ ਬਾਅਦ ਤੁਸੀਂ ਸਿਰਫ ਡਰਾ ਪੈਦਾ ਕਰਨਾ ਚਾਹੁੰਦੇ ਹੋ। ਤੇ ਮੈਂ ਸਮਝਦਾ ਕਿ ਲੋਕਾਂ ਨੇ ਕੱਲ ਇੱਕ ਮੁੱਠਤਾ ਦਿਖਾਈ ਕਿ ਇਸ ਡਰ ਦੇ ਖਿਲਾਫ ਅਸੀਂ ਭਾਵੇਂ ਆਪਣੇ ਆਪਣੇ ਘਰਾਂ 'ਚ ਕੈਦ ਹੈਗੇ ਆ, ਔਰ ਇਹ ਹੈ ਕਿ ਸਮਾਜਿਕ ਜ਼ਿੰਮੇਵਾਰੀ ਵੀ ਨਿਭਾ ਰਹੇ ਆ, ਲੇਕਿਨ ਉਹਦੇ ਨਾਲ ਹੀ ਅਸੀਂ ਇੱਕ ਦੂਜੇ ਨਾਲ ਜੁੜ ਕੇ ਗੱਲ ਕਰ ਸਕਦੇ ਹੈਗੇ। ਜਿਸ ਤਰ੍ਹਾਂ ਕਿ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਸਮਾਜਿਕ ਜ਼ਿੰਮੇਵਾਰੀ, ਕਰੋਨਾ ਕਰਕੇ ਅੰਦਰ ਰਹਿਣ ਦੇ ਨਾਲ ਨਾਲ ਇੱਕ ਸਮਾਜਿਕ ਵੱਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਪਰਿਵਾਰਾਂ ਦੇ ਹੱਕ 'ਚ ਖੜੀਏ ਜਿਹੜੇ ਕਿ ਫਸਾਏ ਜਾ ਰਹੇ ਹਨ। ਤੇ ਤੈਲ ਤੁੰਬੜੇ ਤਾਂ ਇਹ ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ ਦੇ ਨੈਸ਼ਨਲ ਐਗਜ਼ੈਕਟਿਵ ਦੇ ਵੀ ਮੈਂਬਰ ਨੇ। ਤੇ ਸਾਨੂੰ ਪ੍ਰੋਫੈਸਰ ਸਾਹਿਬ ਇਹ ਵੀ ਦੱਸ ਦਿਓ ਕਿ ਉਹ ਭੀਮਾ ਕੋਰੇਗਾਂਵ ਮਾਮਲੇ ਵਿੱਚ ਉਹਨਾਂ ਨੂੰ ਜੇਲ੍ਹ ਜਾਣ ਲਈ ਕਿਹਾ ਜਾ ਰਿਹਾ, ਇਸੇ ਗੱਲ 'ਚ ਫਸਾਇਆ ਗਿਆ, ਜਦੋਂ ਕਿ ਉਸੇ ਮਾਮਲੇ 'ਚ ਮੇਰਾ ਖਿਆਲ ਹੈ ਪਹਿਲਾਂ ਵਰਵਰਾ ਰਾਓ, ਸੁਧਾ ਭਾਰਦਵਾਜ, ਅਰੁਣ ਪਰੇਰਾ ਤੇ ਕੰਗਲਵੇਜ ਸਾਰੇ ਅੰਦਰ ਨੇ। ਤੇ ਇਹ ਭੀਮਾ ਕੋਰੇਗਾਂਵ ਕਾਂਡ ਐਲਗਰ ਪਰਿਸ਼ਦ ਦੇ ਸਮਾਗਮਾਂ ਬਾਰੇ ਥੋੜਾ ਜਿਹਾ ਵਿਸਥਾਰ 'ਚ ਸਾਡੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਤੁਸੀਂ ਚਾਨਣਾ ਪਾਓ। ਮਤਲਬ ਇਹ ਹੈ ਕਿ ਭੀਮਾ ਕੋਰੇਗਾਂਵ ਵਿੱਚ ਇੱਕ ਯਾਦਗਾਰ ਹੈ ਕਿ 200 ਸਾਲ ਪਹਿਲਾਂ ਮਤਲਬ ਉੱਥੇ ਇੱਕ ਜੰਗ ਹੋਈ ਸੀ ਜਿਹੜੀ ਕਿ ਨਵੇਂ ਪੇਸ਼ਵਾ ਦੇ ਖਿਲਾਫ, ਜਿਹੜੇ ਉਦੋਂ ਮਰਾਠਾ ਪਾਵਰ ਆਈ ਸੀ, ਉਹਦੇ ਖਿਲਾਫ ਜਿਹੜੇ ਮਹਾਰ ਲੋਕ ਨੇ ਉਹਨਾਂ ਨੇ ਲੜਿਆ ਸੀ, ਔਰ ਉਹਨਾਂ ਨੇ ਉਹ ਜਿੱਤ ਪ੍ਰਾਪਤ ਕੀਤੀ ਸੀ। ਔਰ ਉਸ ਜਿੱਤ ਦਾ 200 ਸਾਲਾ ਮਨਾਉਣ ਵਾਸਤੇ ਲੋਕ ਉੱਥੇ ਇਕੱਠੇ ਹੋਏ ਸਨ। ਉੱਥੇ ਜਿਨ੍ਹਾਂ ਨੇ ਵਾਇਲੈਂਸ ਕੀਤੀ ਉਹ 2 RSS ਦੇ BJP ਦੇ ਖਾਸ ਬੰਦੇ ਸੀ ਜਿਨ੍ਹਾਂ ਨੇ ਵਾਇਲੈਂਸ ਕਰਵਾਈ, ਔਰ ਉਹਨਾਂ ਨੂੰ ਨਹੀਂ ਫੜਿਆ ਗਿਆ। ਉਹਨਾਂ ਨੂੰ ਇੱਕ ਨੂੰ ਤੇ ਫੜਿਆ ਹੀ ਨਹੀਂ, ਔਰ ਜ਼ਮਾਨਤ ਦੋਹਾਂ ਨੂੰ ਦਿੱਤੀ ਹੋਈ ਹੈ। ਲੇਕਿਨ ਦੂਜੇ ਬੰਨੇ ਇੱਕ ਸਾਜ਼ਿਸ਼ ਕੀਤੀ ਗਈ ਕਿ ਇਹਦੇ ਵਿੱਚ ਕਿਵੇਂ ਲੋਕਾਂ ਨੂੰ ਲਪੇਟਿਆ ਜਾ ਸਕਦਾ ਹੈ। ਜਿਵੇਂ ਆਨੰਦ ਤੇ ਗੌਤਮ ਦਾ ਜਿਹੜਾ ਨਾਂ ਹੈ, ਉਹ ਕਹਿੰਦੇ ਜੀ ਇੱਕ ਸਹੀ ਕੰਪਿਊਟਰ ਫੜਿਆ ਸੀ, ਮਤਲਬ ਇੱਕ ਉਹਨਾਂ 9 ਵਿੱਚੋਂ, ਉਹਦੇ ਵਿੱਚ ਇੱਕ ਚਿੱਠੀ ਸੀਗੀ ਜਿਹਦੇ 'ਚ ਆਨੰਦ ਦਾ ਨਾਂ ਆਉਂਦਾ। ਮਤਲਬ ਇਹ ਜਿਹੜੀ ਫਿਲਮਜ਼ੀ ਗੱਲ ਹੈ। ਔਰ ਉਹਦੇ ਤੋਂ ਬਾਅਦ ਕਾਰਵਾ ਦੇ ਜਿਹੜੇ ਮਤਲਬ ਸਾਈਬਰ ਐਕਸਪਰਟ ਨੇ, ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਚਿੱਠੀ ਉੱਥੇ ਇੱਕ ਮਤਲਬ ਜਿਹੜਾ ਸੌਫਟਵੇਅਰ ਹੈ ਉਹਦੇ ਰਾਹੀਂ ਪਲਾਟ ਕੀਤੀ ਗਈ ਹੈ, ਇਹ ਉਹਦੀ ਓਰੀਜਨਲ ਹੈ ਨਹੀਂ।
ਲੇਕਿਨ ਉਹ ਸਾਰਾ ਕੁਝ ਨਾ ਹੋ ਕੇ ਉਹ ਤੋਂ ਬਾਅਦ ਫਿਰ ਇਹ ਬਣਾ ਦਿੱਤਾ ਕਿ ਜੀ ਇਹ ਮੋਦੀ ਨੂੰ ਮਾਰਨ ਵਾਲੇ ਸੀ। ਔਰ ਇਹ ਉਦਾਂ ਹੀ ਯਾਦ ਕਰਾਉਂਦਾ ਕਿ ਜਦੋਂ ਤੁਸੀਂ ਸਾਜ਼ਿਸ਼ਾਂ ਬਣਾਉਣੀਆਂ ਨੇ ਉਦੋਂ ਤੁਸੀਂ ਕਿਵੇਂ ਬਣਾਉਂਦੇ ਹੈਗੇ ਹੋ। ਔਰ ਉਹ ਹੈ ਕਿ 1.5 ਸਾਲ ਤੋਂ ਉਹਦੇ ਉੱਤੇ ਮੁਕੱਦਮਾ ਨਹੀਂ ਚੱਲਿਆ। ਸੋ ਭੀਮੇ ਕੋਰੇਗਾਂਵ, ਜਿੱਥੇ ਦਲਿਤ ਲੋਕਾਂ ਦੀ ਆਪਣੇ ਸਵੈ ਵਿਸ਼ਵਾਸ ਦੀ, ਔਰ ਇਹ ਬੜੀ ਇੰਟਰਸਟਿੰਗ ਗੱਲ ਹੈ, ਉੱਥੇ ਹੀ ਇੱਕ ਯਾਦਗਾਰ ਹੈ ਕਿ ਜਿਹੜੇ ਮਤਲਬ ਮਹਾਰਾਜ ਸ਼ਿਵਾਜੀ ਮਹਾਰਾਜ ਦੇ ਮਤਲਬ ਪੁੱਤਰ ਸਨ, ਉਹਨਾਂ ਨੂੰ ਮਤਲਬ ਟੁਕੜੇ ਕਰਕੇ ਵੰਡਿਆ ਗਿਆ ਸੀ। ਕਿਹਾ ਸੀ ਵੀ ਇਹਦੀ ਕੋਈ ਕਬਰ ਨਹੀਂ ਬਣਾਇਆ, ਮਤਲਬ ਇਹਦਾ ਕੋਈ ਅੰਤੇਸ਼ਟੀ ਨਹੀਂ ਕਰੇਗਾ। ਲੇਕਿਨ ਇੱਕ ਮਹਾਰ ਨੇ ਉਹ ਸਰਕਾਰੀ ਕਾਨੂੰਨ ਨੂੰ ਤੋੜਦੇ ਹੋਏ ਉਹਦਾ ਕੀਤਾ। ਉਹਨਾਂ ਦੋਵਾਂ ਦੀ ਯਾਦਗਾਰ ਹੈ। ਔਰ ਇਹਨਾਂ ਲੋਕਾਂ ਨੇ ਉਹ ਯਾਦਗਾਰ ਵੀ, ਜਿਹੜੀ ਕਿ ਉਸ ਬੰਦੇ ਦੀ ਬਹਾਦਰੀ ਹੈ ਕਿ ਉਹਨੇ ਉਸ ਰਾਜ ਦੀ ਮਤਲਬ ਅਣਦੇਖੀ ਕੀਤੀ ਔਰ ਆਪਣੇ ਤੇ ਇੱਕ ਮਤਲਬ ਲੈਂਦਿਆਂ ਹੋਇਆਂ ਉਹਨਾਂ ਨੂੰ ਪੂਰਾ ਸਨਮਾਨ ਦੇ ਨਾਲ ਸਤਿਕਾਰ ਦਿੱਤਾ, ਔਰ ਉਹ ਵੀ ਢਾਉਣ ਦੀ ਕੋਸ਼ਿਸ਼ ਕੀਤੀ ਗਈ। ਤੋ ਇਸ ਕਰਕੇ ਇਹ ਜਿਹੜੀ ਇੱਕ ਵਾਇਰਸ ਤੇ ਕਰੋਨਾ ਦਾ ਅਸੀਂ ਲੜ ਰਹੇ ਹਾਂ, ਇੱਕ ਦਿਮਾਗੀ ਵਾਇਰਸ ਜਿਹੜਾ ਹੈਗਾ, ਜਿਹੜਾ ਨਫ਼ਰਤ ਦਾ ਮਤਲਬ ਤੇ ਮਤਲਬ ਇਹਨਾਂ ਚੀਜ਼ਾਂ ਤੇ ਮਤਲਬ ਖੜਾ ਹੈਗਾ, ਉਹਨੂੰ ਵੀ ਇਹਦੇ ਲੜਿਆ ਜਾ ਰਿਹਾ। ਔਰ ਭੀਮੇ ਕੋਰੇਗਾਂਵ ਇੱਕ ਮਤਲਬ ਉਹ ਗੱਲ ਬਣ ਗਈ। ਔਰ ਜਿਨ੍ਹਾਂ ਨੇ ਐਲਗਰ ਪਰਿਸ਼ਦ ਵਾਲੇ ਦੋਨੋਂ ਜੱਜਸ ਨੇ ਜਿਨ੍ਹਾਂ ਨੇ ਉਹਨੂੰ ਆਰਗੇਨਾਈਜ਼ ਕੀਤਾ ਸੀ, ਉਹਨਾਂ ਜੱਜਸ ਨੂੰ ਨਹੀਂ ਕਿਸੇ ਨੇ ਪੁੱਛਿਆ। ਉਹਨਾਂ ਨੇ ਕਿਹਾ ਕਿ ਅਸੀਂ ਕੀਤਾ, ਸਾਨੂੰ ਫੜੋ, ਲੇਕਿਨ ਉਹਨਾਂ ਨੂੰ ਨਹੀਂ ਫੜ ਰਹੇ, ਕਿਉਂਕਿ ਉਸ ਤੋਂ ਬਾਅਦ ਤੁਸੀਂ ਇੱਕ ਪੋਲੀਟੀਕਲ ਏਜੰਡਾ ਆਪਣਾ ਚਲਾਉਣਾ ਚਾਹੁੰਦੇ ਹੋ, ਜਿਹਦੇ ਵਿੱਚ ਤੁਸੀਂ 9 ਬੰਦੇ ਪਹਿਲਾਂ, ਔਰ ਇਹਦੇ ਵਿੱਚ ਹੀ ਇੱਕ ਜਿਹੜਾ ਅਜੇ ਮੇਰਾ ਖਿਆਲ ਬਾਹਰ ਹੈ, ਜਿਹਨੂੰ ਇਹਨਾਂ ਨੇ ਵਿੱਚ ਲਪੇਟਿਆ ਨਹੀਂ, ਉਹ ਮਤਲਬ ਫਾਦਰ ਮਤਲਬ ਸਵੈਨ ਹੈਗੇ ਨੇ ਉੜੀਸਾ ਦੇ, ਜਿਹੜੇ ਆਦਿਵਾਸੀਆਂ 'ਚ ਕੰਮ ਕਰਦੇ ਨੇ। ਜਿਹਦਾ ਤੁਸੀਂ ਨਾਂ ਲਏ ਕਿ ਜਿਹੜੇ ਲੋਕ ਉਹਦੇ ਵਿੱਚ ਪਹਿਲਾਂ ਫੜੇ ਹੋਏ ਨੇ, ਉਹ ਆਦਿਵਾਸੀਆਂ ਵਿੱਚ ਜ਼ਿੰਦਗੀ ਲਗਾਈ ਹੋਈ। ਅਰੁਣ ਪਰੇਰਾ ਤੇ ਪਹਿਲਾਂ ਵੀ ਇੱਕ ਵਾਰੀ ਜੇਲ੍ਹ 'ਚ ਮਤਲਬ ਰਹਿ ਆਇਆ, ਔਰ ਕਈ ਸਾਲਾਂ ਤੋਂ ਬਾਅਦ ਉਹਨੂੰ ਛੱਡਿਆ, ਔਰ ਉਹਨੇ ਆਪਣੀਆਂ ਯਾਦਾਂ ਲਿਖੀਆਂ ਜੇਲ੍ਹ ਦੀਆਂ। ਔਰ ਮਤਲਬ ਸੁਧਾ ਭਾਰਦਵਾਜ ਹਾਂਜੀ, ਸੁਧਾ ਭਾਰਦਵਾਜ ਹੈ, ਜਿਹੜੀ ਮਤਲਬ ਛੱਤੀਸਗੜ੍ਹ ਦੇ ਮਤਲਬ ਜਿਹੜੇ ਉੱਥੋਂ ਦੇ ਮਤਲਬ ਆਮ ਆਦਿਵਾਸੀ ਨੇ, ਉਹਨਾਂ ਦੀ ਲੜਾਈ ਲੜਦੀ ਹੈਗੀ। ਉਹ ਇਹ ਸਾਰਾ ਜਿਹੜਾ ਹੈ ਪੋਲੀਟੀਕਲ ਏਜੰਡਾ, ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਵੀ ਅਖੀਰ ਤੇ ਕਰੋਨਾ ਵਾਇਰਸ ਦੀ ਕੋਈ ਹਿਸਟਰੀ ਦੁਨੀਆ ਦੀ ਹਿਸਟਰੀ ਨਾਲ ਵੱਖਰੀ ਨਹੀਂ ਹੈ। ਸਾਡੀ ਕਰਵ ਵੀ ਉਦਾਂ ਹੀ ਚੱਲ ਰਹੀ ਹੈ, ਸਿਰਫ ਇਹ ਹੈ ਕਿ ਵੀ ਅਸੀਂ ਹੌਲੀ ਹੌਲੀ ਚੱਲ ਰਹੀ ਹੈਗੀ, ਲੇਕਿਨ ਉਸੇ ਰਫ਼ਤਾਰ ਨਾਲ ਚੱਲ ਰਹੀ ਹੈ। ਲੇਕਿਨ ਉਹ ਤੋਂ ਬਾਅਦ ਅਸੀਂ ਕਿਸੇ ਨੂੰ ਜ਼ਿੰਮੇਵਾਰ ਬਣਾਉਣ ਲਈ ਕਿਸੇ ਧਰਮ ਦੇ ਨਾਂ ਤੇ, ਕਿਸੇ ਮਤਲਬ ਇੱਕ ਫਿਰਕੇ ਦੇ ਨਾਂ ਤੇ ਕਹਿ ਕੇ ਜੀ ਇਹ ਫੈਲਾ ਰਹੇ ਨੇ, ਜਿੱਦਾਂ ਬਾਕੀ ਸਾਰੇ ਜਿਹੜੇ ਨੇ ਉਹ ਨਹੀਂ ਫੈਲਾ ਰਹੇ। ਪ੍ਰੋਫੈਸਰ ਸਾਹਿਬ, ਉੱਥੇ ਇਹ ਮਹਾਰ ਰੈਜੀਮੈਂਟ ਵੱਲੋਂ ਲੜੇ ਸਨ, ਜੋ ਦਲਿਤ ਲੋਕ ਸਨ, ਅੰਗਰੇਜ਼ਾਂ ਦੇ ਨਾਲ ਰਲ ਕੇ ਲੜੇ ਸਨ ਪੇਸ਼ਵਿਆਂ ਦੇ ਖਿਲਾਫ। ਤੇ ਕੀ ਅਸੀਂ ਉਸ ਜੰਗ ਨੂੰ ਪਹਿਲੀ ਗੱਲ ਤਾਂ ਕੀ ਅਸੀਂ ਸਾਰਾਗੜ੍ਹੀ ਦੀ ਜੰਗ ਨਾਲ ਮੇਲ ਸਕਦੇ ਹਾਂ, ਅਤੇ ਦੂਸਰਾ ਉੱਥੇ ਉਸ ਤੋਂ ਬਾਅਦ ਉਹਨਾਂ ਸਮਾਰਕਾਂ ਤੇ ਬਹੁਤ ਇਕੱਠ ਜੁੜਦਾ ਹੈ ਜੀ। ਇਹ 31 ਦਸੰਬਰ ਨੂੰ ਤੋਂ ਅੱਗੇ ਜਦੋਂ ਜਨਵਰੀ 'ਚ ਵੀ ਇਹ ਜਿਹੜਾ ਕਈ ਦਿਨ ਸਮਾਗਮ ਹੁੰਦਾ ਹੈ, ਤੇ ਉੱਥੇ ਇੱਕ ਅੰਬੇਦਕਰ ਸਾਹਿਬ ਨੂੰ ਮੰਨਣ ਵਾਲੇ ਉਹਨਾਂ ਦੇ ਫਾਲੋਅਰਸ ਅਤੇ ਹੋਰ ਕਿਹੜੀਆਂ ਲੋਕ ਪੱਖੀ ਤਾਕਤਾਂ ਇਕੱਠੀਆਂ ਹੁੰਦੀਆਂ ਨੇ, ਇਹਦੇ ਬਾਰੇ ਜ਼ਰੂਰ ਚਾਨਣਾ ਪਾ ਦਿਓ ਕਿ ਹਰ ਸਾਲ ਦਸੰਬਰ ਦੇ ਅਖੀਰ ਵਿੱਚ ਅਤੇ ਜਨਵਰੀ ਦੇ ਸ਼ੁਰੂ ਵਿੱਚ ਜਿਹੜਾ ਉੱਥੇ ਘੱਟੋ ਘੱਟ ਹੁਣ ਤਾਂ ਜੋੜ ਮੇਲਿਆਂ ਵਾਂਗ 7-8 ਲੱਖ ਲੋਕ ਇਕੱਠੇ ਹੁੰਦੇ ਦੱਸੇ ਜਾਂਦੇ ਨੇ। ਇਹਦੇ ਬਾਰੇ ਥੋੜਾ ਜਿਹਾ ਚਾਨਣਾ ਜ਼ਰੂਰ ਪਾਓ। ਪਹਿਲਾ ਤੇ ਸਵਾਲ ਜਿਹੜਾ ਹੈਗਾ ਕਿ ਉੱਥੇ ਜਿੰਨੇ ਦਲਿਤ ਲੋਕ ਨੇ, ਔਰ ਇਹ ਵੀ ਇੱਕ ਹਿਸਟਰੀ ਹੈ ਕਿ ਉਹਨੂੰ ਦੁਬਾਰਾ ਜ਼ਿੰਦਾ ਕਰਨ ਵਿੱਚ ਇੱਕ ਸਵੈਮਾਨ ਵਾਸਤੇ, ਕਿ ਦਲਿਤ ਆਪਣੇ ਆਪ 'ਚ ਸਵੈਮਾਨ ਮਹਿਸੂਸ ਕਰੇ ਕਿ ਉਹ ਲੜਨ ਦੇ ਕਾਬਿਲ ਹੈ, ਜੋ ਬਿਲਕੁਲ ਭਗਤ ਸਿੰਘ ਹੋਣਾ ਨੇ ਉਹਨਾਂ ਨੂੰ ਕਿਹਾ। ਮਤਲਬ ਭਗਤ ਸਿੰਘ ਹੋਣਾ ਦਾ ਜਿਹੜਾ ਆਰਟੀਕਲ ਹੈ ਛੂਤ ਦਾ ਸਵਾਲ, ਉਹਦੇ ਵਿੱਚ ਉਹ ਇਹੀ ਕਹਿੰਦੇ ਨੇ ਕਿ ਤੁਸੀਂ ਆਪਣੀ ਤਾਕਤ ਨੂੰ ਪਛਾਣੋ। ਤੁਸੀਂ ਗੁਰੂ ਗੋਬਿੰਦ ਸਿੰਘ ਦੀ ਤਾਕਤ ਸੀਗੇ, ਤੁਸੀਂ ਸ਼ਿਵਾਜੀ ਦੀ ਤਾਕਤ ਸੀਗੇ, ਤੁਹਾਨੂੰ ਆਪਣੀ ਤਾਕਤ ਜਦੋਂ ਤੱਕ ਨਹੀਂ ਪਛਾਣਦੇ ਤੁਹਾਡੀ ਮੁਕਤੀ ਨਹੀਂ ਹੋ ਸਕਦੀ। ਤਾਂ ਉਹ ਉਸੇ ਗੱਲ ਨੂੰ ਲੈ ਕੇ ਭਾਈ ਡਾਕਟਰ ਅੰਬੇਦਕਰ ਸਾਹਿਬ ਨੇ ਇਸ ਦਿਨ ਨੂੰ ਮਤਲਬ ਸ਼ੁਰੂ ਕੀਤਾ ਸੀ, ਤਾਂ ਕਿ ਮਤਲਬ ਦਲਿਤ ਆਪਣੇ ਆਪ ਵਿੱਚ ਉਸ ਸਵੈਮਾਨ ਨੂੰ ਕਰ ਸਕਣ। ਜਿੱਥੋਂ ਤੱਕ ਸਾਰਾਗੜ੍ਹੀ ਦਾ ਮਤਲਬ ਗੱਲ ਹੈ, ਉਹਦੇ ਤੇ ਮੇਰਾ ਬਹੁਤ ਵੱਡਾ ਇਤਰਾਜ਼ ਹੈ ਕਿ ਸਾਰਾਗੜ੍ਹੀ ਉਹ ਲੜੇ ਬਹੁਤ ਬਹਾਦਰੀ ਨਾਲ, ਵਲੋਰ ਸੀ, ਲੇਕਿਨ ਉਸ ਜਰਨਲ ਨੂੰ ਅਸੀਂ ਕਦੀ ਕੰਡੈਮ ਨਹੀਂ ਕੀਤਾ ਜਿਹਨੇ ਉਹਨਾਂ ਨੂੰ ਮਰਵਾਤਾ। ਉਹ ਇੱਕ ਸਿਗਨਲ ਫੋਰਸ ਸੀਗੀ, 22 ਬੰਦੇ ਸਿਗਨਲ ਕਰਨ ਵਾਸਤੇ ਰੱਖੇ ਸੀ, ਕਿਉਂਕਿ 2 ਕਿਲੇ ਔਰ 2 ਕਿਲਿਆਂ 'ਚ ਜੋੜਨ ਵਾਸਤੇ ਸੀਗੇ। ਉਹ ਲਗਾਤਾਰ ਸਿਗਨਲ ਦੇ ਰਿਹਾ ਕਿ ਮੇਰੇ ਤੇ 10,000 ਬੰਦਾ ਮੇਰੇ ਤੇ ਹਮਲਾ ਕਰ ਰਿਹਾ ਹੈ। ਉਹਨੂੰ ਕਹਿੰਦਾ ਨਹੀਂ ਤੂੰ ਲੜ, ਔਰ ਉਹ ਲੜੇ। ਇਹ ਵੈਲੋਰ ਹੈ ਸਾਡਾ। ਲੇਕਿਨ ਜਿਹੜੇ ਜਰਨੈਲ ਨੇ ਆਪਣੀ ਜਾਨ ਬਚਾਉਣ ਲਈ ਉਹਨਾਂ ਨੂੰ ਸ਼ਹੀਦ ਕੀਤਾ,
ਅਸੀਂ ਕਦੀ ਇਤਿਹਾਸ 'ਚ ਜੀ ਉਹਦਾ ਜ਼ਿਕਰ ਨਹੀਂ ਕੀਤਾ। ਤੋ ਇਸੇ ਤਰ੍ਹਾਂ ਹੀ ਇੱਥੇ ਵੀ, ਕਿਉਂਕਿ ਜਿਹੜੀ ਨਵੀਂ ਪੇਸ਼ਾਈ ਸੀਗੀ ਉਹ ਕੋਈ ਪ੍ਰੋ ਪੀਪਲ ਜੀ ਫੋਰਸ ਨਹੀਂ ਸੀਗੀ। ਨਵੀਂ ਪੇਸ਼ਵਾਈ ਜੀ ਜੋ ਅੱਜ ਵੀ ਕਿਹਾ ਜਾਂਦਾ ਹੈ, ਨਵੀਂ ਪੇਸ਼ਵਾਈ ਜਿਹੜੀ ਹੈ ਉਹ ਵੀ ਉਹਨੇ ਮਰਸਨਰੀ ਸੀਗੇ ਜਿੰਨਾ ਸ਼ਾਇਦ ਬ੍ਰਿਟਿਸ਼ ਹਮ, ਹੋਏ, ਲੇਕਿਨ ਮਹਾਰਾਂ ਨੂੰ ਹਮ, ਪਹਿਲੀ ਵਾਰੀ ਉੱਥੇ ਮੌਕਾ ਦਿੱਤਾ ਗਿਆ। ਔਰ ਇਹ ਵੀ ਬੜਾ ਇੰਟਰਸਟਿੰਗ ਹੈ ਕਿ 1857 ਤੋਂ ਬਾਅਦ ਮਤਲਬ ਇਹ ਸਾਰੀਆਂ ਜਿਹੜੀਆਂ ਹਮ, ਮਤਲਬ ਦਲਿਤ ਕੌਮਾਂ ਸੀ, ਇਹਨਾਂ ਨੂੰ ਅੰਗਰੇਜ਼ਾਂ ਨੇ ਵੀ ਦਰਕਾਰ ਕਰ ਦਿੱਤਾ। ਉਹਦੇ ਤੋਂ ਬਾਅਦ ਸਾਡੀ ਸਿੱਖ ਐਲਆਈ ਜਿਹੜੀ ਹੈ ਉਹ ਲੜਨ ਵਾਲੀ ਫੋਰਸ ਨਹੀਂ ਹਮ, ਰਹੀ, ਉਹਨੂੰ ਹਮ, ਉਹਨਾਂ ਨੇ ਇੱਕ ਆਕਸੀਲਰੀ ਫੋਰਸਿਸ ਦੇ ਤੌਰ ਤੇ ਰੱਖਿਆ। ਇਸੇ ਤਰ੍ਹਾਂ ਹੀ ਮਹਾਰ ਜੀ ਰੈਜੀਮੈਂਟ ਜਿਹੜੀ ਹੈ ਉਹਨੂੰ ਵੀ ਤੋੜਤਾ, ਕਿਉਂਕਿ ਇਹ ਕਲੋਨੀਅਲ ਪਾਲਿਸੀ ਵੀ ਸੀਗੀ। ਲੇਕਿਨ ਦੂਜੇ ਬੰਨੇ ਹੈਗਾ ਹਮ, ਕਿ ਵੀ ਇੱਕ ਬਹਾਦਰੀ, ਜਿੱਦਾਂ ਆਪਾਂ ਮਤਲਬ ਸਾਰਾਗੜੀ 'ਚ ਮਤਲਬ ਸਿੱਖਾਂ ਦੀ ਜਿਹੜੀ ਵੈਲੋਰ ਹੈ ਉਹਨੂੰ ਸਨਮਾਨ ਕਰਦੇ ਆ। ਵੀ ਇਹ ਵੱਖਰੀ ਗੱਲ ਹੈ ਜੀ ਕਿ ਉਹ ਕਿੱਥੇ ਪਲੇਸ ਹੋਈ। ਗਦਰ ਪਾਰਟੀ ਦੇ ਲੋਕ ਵੀ ਆਏ, ਕਿੰਨਾ ਸਨਮਾਨ ਹੈ, ਉਹਨਾਂ ਨੇ ਵੀ ਉਨੀ ਬਹਾਦਰੀ ਨਾਲ ਲੜਾਈ ਲੜੀ। ਜਿਹੜੇ ਸਾਡੇ ਫਸਟ ਵਰਲਡ ਵਾਰ ਹਮ, 'ਚ ਗਏ ਉਹਨਾਂ ਨੇ ਵੀ ਲੜੀ, ਲੇਕਿਨ ਦੋਵਾਂ ਦੇ ਵਿੱਚ ਫਰਕ ਹੈਗਾ। ਤੋ ਇਸ ਹਮ, ਕਰਕੇ ਭੀਮੇ ਕੋਰੇਗਾਂਵ ਜਿਹੜਾ ਹੈ ਉਹ ਉੱਥੋਂ ਦੇ ਦਲਿਤ, ਔਰ ਅੱਜ ਵੀ, ਕਿਉਂਕਿ ਅੱਜ ਜਿਹੜਾ ਇਹ ਸਾਰਾ ਮਤਲਬ ਕਿਊਮਨਲਿਜ਼ਮ ਹੈ ਇਹ ਪੇਸ਼ਵਾਈ ਦੇ ਉੱਤੇ ਹੀ ਹੈਗਾ, ਉਹ ਉਸੇ ਹੀ ਪੰਡਤਾਈ ਜੀ ਵਿੱਚੋਂ ਨਿਕਲਦਾ ਹੈ। ਔਰ ਇਸ ਕਰਕੇ ਉਹ ਅੱਜ ਵੀ ਉਹ ਸਮਝਦੇ ਨੇ ਕਿ ਅਸੀਂ ਉਹ ਲੜਾਈ ਲੜ ਰਹੇ ਹੈਗੇ। ਉਦੋਂ ਕਿਹਦੇ ਨਾਲ ਖੜੇ ਹੋ ਕੇ ਲੜੇ ਉਹ ਏਡਾ ਇੰਪੋਰਟੈਂਟ ਨਹੀਂ ਹੈ। ਇੰਨਾ ਇੰਪੋਰਟੈਂਟ ਹੈ ਕਿ ਜਿਹੜੇ ਆਪਣੇ ਆਪ ਨੂੰ ਬਹੁਤ ਬਹਾਦਰ ਸਮਝਣ ਵਾਲੇ ਨੇ ਉਹਨਾਂ ਨੂੰ ਵੀ ਸਾਡੇ ਬਜ਼ੁਰਗਾਂ ਨੇ ਹਰਾਇਆ ਹੈਗਾ। ਇਸ ਕਰਕੇ ਇਹਦਾ ਮਤਲਬ ਸਾਡੇ ਅੰਦਰ ਦੱਬੀ ਹੋਈ ਮਤਲਬ ਬਹਾਦਰੀ ਹੈਗੀ ਹੈ, ਜਿਹਨੂੰ ਲੋਕਾਂ ਵਿੱਚ ਉਤਸ਼ਾਹ ਹੋਣਾ ਚਾਹੀਦਾ। ਜਦੋਂ ਆਪਾਂ ਵੀ ਮਤਲਬ ਗੱਲ ਕਰਦੇ ਆ, ਭਗਤ ਸਿੰਘ ਵੀ ਕਹਿੰਦੇ ਨੇ ਕਿ ਮੈਂ ਜਿਹੜੀ ਮੇਰੇ 'ਚ ਜੋ ਮੈਂ ਰਾਹ ਫੜਿਆ ਹੈ ਉਹ ਗੁਰੂ ਗੋਬਿੰਦ ਸਿੰਘ ਦਾ ਰਾਹ ਹੈ, ਹਮ, ਉਹ ਕਮਾਲ ਪਾਸ਼ਾ ਦਾ ਰਾਹ ਹੈ, ਉਹ ਲੈਨਨ ਦਾ ਰਾਹ ਹੈ। ਤੋ ਉਹ ਅਸੀਂ ਇਤਿਹਾਸ ਵਿੱਚੋਂ ਜੀ ਕਿਵੇਂ ਉਹਨੂੰ ਲੈਂਦੇ ਆ, ਇਹ ਇਤਿਹਾਸ ਦਾ ਉਹ ਹਿੱਸਾ ਹੈਗਾ। ਹਾਂ, ਪ੍ਰੋਫੈਸਰ ਸਾਹਿਬ ਨੇ ਸਾਨੂੰ ਇਹ ਦੱਸਿਆ ਕਿ ਸਾਰਾਗੜੀ ਨਾਲ ਮੇਲ ਕੇ ਅਸੀਂ ਕਿਹੜੇ ਤੱਥ ਦੇਖਣੇ ਨੇ ਤੇ ਕਿਹੜੇ ਤੱਥਾਂ ਤੋਂ ਹੋਰਾਂ ਤੋਂ ਪਰਦਾ ਚੁੱਕਿਆ ਜਾਣਾ ਚਾਹੀਦਾ ਹੈ। ਜਗਮੋਹਨ ਸਿੰਘ ਜੀ, ਜਿਸ ਤਰ੍ਹਾਂ ਹੁਣ ਪੰਜਾਬ ਵਿੱਚ ਇਹ ਭੁੱਖ ਹੜਤਾਲ ਵਿੱਚ AFDR ਪੰਜਾਬ, ਇਨਕਲਾਬੀ ਕੇਂਦਰ ਪੰਜਾਬ, DTF, PSU, ਰੈਡੀਕਲ ਸਟੂਡੈਂਟਸ ਯੂਨੀਅਨ, ਆਲ ਇੰਡੀਆ ਪੀਪਲਜ਼ ਫੋਰਮ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਇਹਦੇ ਨਾਲ ਲੇਖਕ ਸਭਾਵਾਂ, ਕੇਂਦਰੀ ਲੇਖਕ ਸਭਾ ਪੰਜਾਬ ਅਤੇ ਇਹ ਪ੍ਰਗਤੀਸ਼ੀਲ ਲੇਖਕਾਂ ਦੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਨੇ। ਭੁੱਖ ਹੜਤਾਲ ਵਿੱਚ ਵੀ ਉਹਨਾਂ ਨੇ ਆਪਣੇ ਘਰਾਂ 'ਚ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ, ਪੋਸਟਰ ਪਾਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਲੋਕਾਂ ਨੇ, ਤੇ ਹੋਰ ਹਰ ਤਰ੍ਹਾਂ ਉਪਰਾਲਾ ਕੀਤਾ। ਕਿਉਂਕਿ ਤੁਸੀਂ ਕੌਮੀ ਪੱਧਰ ਦੇ ਲੀਡਰ ਹੋ ਇਸ ਫੋਰਮ ਦੇ, ਤੇ ਬਾਕੀ ਰਾਜਾਂ ਵਿੱਚ, ਬਾਕੀ ਸੂਬਿਆਂ ਵਿੱਚ ਇਸ ਭੁੱਖ ਹੜਤਾਲ ਨੂੰ ਕਿਹੋ ਜਿਹਾ ਹੁੰਗਾਰਾ ਰਿਹਾ ਅਤੇ ਬਾਹਰ ਵੀ ਕਿੱਥੇ ਤੱਕ ਬਹੁਤ ਇਹ ਜੀ ਹਾਂ, ਕਿੱਥੇ ਤੱਕ ਦੇਖੋ, ਇਹ ਸਾਡਾ ਇਹ ਜੋ ਰੈਜ਼ਿਸਟੈਂਸ ਹੈ, ਜੋ ਲੋਕਾਂ ਨੇ ਇੱਕ ਰੋਸ ਪੇਸ਼ ਕੀਤਾ ਆਪਣੇ ਨਿਵੇਕਲੇ ਅੰਦਾਜ਼ ਵਿੱਚ, ਉਹ ਸਾਨੂੰ ਕਿੱਥੇ ਲੈ ਕੇ ਜਾਏਗਾ? ਅਸੀਂ ਕਿਸ ਹੱਦ ਤੱਕ ਸਫਲ ਹੋਵਾਂਗੇ ਆਪਣਾ ਗੱਲ ਏਜੰਡਾ ਦੱਸਣ ਵਿੱਚ ਅਤੇ ਲੋਕਾਂ ਦੇ ਹੱਕ ਵਿੱਚ ਖੜਨ 'ਚ? ਬਿਲਕੁਲ ਗੱਲ ਹੈ ਕਿ ਹੋਰ ਵੀ ਬਹੁਤ ਸਾਰੇ ਸਵਾਲ ਨੇ, ਲੇਕਿਨ ਇਸ ਸਵਾਲ ਦੇ ਉੱਤੇ ਭਾਰਤ ਭਰ ਵਿੱਚ ਜਿਹੜੀ ਮਤਲਬ ਸਪੋਰਟ ਮਿਲੀ, ਕਿਉਂਕਿ ਜੀ ਮਤਲਬ ਦੱਖਣ ਦੀਆਂ ਰਿਆਸਤਾਂ ਵਿੱਚ ਵੀ, ਮਤਲਬ ਕੇਰਲਾ ਵਿੱਚ, ਤੇਲੰਗਾਨਾ ਵਿੱਚ, ਆਂਧਰਾ ਪ੍ਰਦੇਸ਼ ਵਿੱਚ, ਕਰਨਾਟਕਾ ਵਿੱਚ, ਤਾਮਿਲਨਾਡੂ ਵਿੱਚ, ਉੱਥੇ ਵੀ ਸਪੋਰਟ ਹੋਈ। ਇੱਧਰ ਵੀ ਯੂਪੀ ਦੇ ਵਿੱਚ ਵੀ ਜਿਹੜੇ ਵੱਖਰੀ ਵੱਖਰੀ ਯੂਨੀਵਰਸਿਟੀਜ਼ ਦੇ ਵਿਦਿਆਰਥੀ ਉੱਥੇ ਲੜਾਈਆਂ ਲੜ ਰਹੇ ਸੀ, ਕਿਉਂਕਿ ਆਲ ਇੰਡੀਆ ਫੋਰਮ ਦਾ ਜਿਹੜਾ ਬਹੁਤ ਵੱਡਾ ਫਲਾਹ ਹੈ, ਇਹ ਐਕਚੁਅਲੀ ਫੋਰਮ ਹੈ, ਬਹੁਤ ਸਾਰੀਆਂ ਜਥੇਬੰਦੀਆਂ, ਟੀਚਰ ਜਥੇਬੰਦੀਆਂ ਤੇ ਵਿਦਿਆਰਥੀ ਜਥੇਬੰਦੀਆਂ ਤੇ ਸਮਾਜਿਕ ਕਾਰਕੁਨਾਂ ਦਾ ਇੱਕ ਇਕੱਠ ਹੈਗਾ। ਔਰ ਅਸੀਂ ਸਮਝਦੇ ਹਾਂ ਕਿ ਜਿਹੜਾ ਮੂਲ ਅੱਜ ਦੋ ਸਵਾਲ ਕਰੋਨਾ ਨੇ ਖੜਾ ਕਰ ਦਿੱਤਾ ਕਿ ਸਿਹਤ ਜਿਹੜੀਆਂ ਸੇਵਾਵਾਂ ਨੇ ਉਹ ਲੋਕਾਂ ਦਾ ਮੂਲ ਹੱਕ ਹੈ, ਔਰ ਜੇ ਅਸੀਂ ਉਸ ਜੀ ਮੂਲ ਹੱਕ ਨੂੰ ਨਹੀਂ ਬਚਾ ਸਕੇ, ਅੱਜ ਕਰੋਨਾ ਦੇ ਵਿੱਚ ਸਫਰੇਜ ਉਹਦੇ ਕਰਕੇ ਹੋਣੀ ਹੈ। ਕਰੋਨਾ ਦੇ ਨਾਂ ਜੀ ਦੇ ਉੱਤੇ ਬਾਕੀ ਲੋਕ ਸਾਰੇ ਸਫਰ ਕਰ ਰਹੇ ਨੇ। ਅੱਜ ਮਤਲਬ ਕਿ ਜੀ ਅਸੀਂ ਸਮਾਜਿਕ ਤੌਰ ਦੇ ਉੱਤੇ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਨਹੀਂ ਨਿਭਾ ਪਾ ਰਹੇ, ਲੇਕਿਨ ਦੂਜੇ ਬੰਨੇ ਹੈਗਾ ਕਿ ਹਮ ਵਿਦਿਆ ਦਾ ਹੱਕ ਜਿਹੜਾ ਹੈ ਉਹ, ਮੈਂ ਜਿਵੇਂ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਦੀ ਇੱਕ ਜਜਮੈਂਟ ਨੇ ਮਤਲਬ ਇਹ ਕਰਤਾ ਸੀ ਕਿ ਹਮ ਇਹ ਤੁਹਾਨੂੰ ਅਸੈਂਸ਼ੀਅਲ ਕਰਨਾ ਪੈਣਾ ਹੈ ਕਿ ਤੁਸੀਂ ਮਤਲਬ 14 ਸਾਲ ਤੱਕ ਪੜ੍ਹਾਈ ਫ੍ਰੀ ਦਿਓ। ਹਾਲਾਂਕਿ ਅਸੀਂ ਨਹੀਂ ਕਰ ਹਮ ਸਕੇ, ਇਹ ਸਾਡੇ, ਔਰ ਬਾਅਦ ਚ ਫੰਡਾਮੈਂਟਲ ਡਿਊਟੀਜ਼ ਵਿੱਚ ਵੀ ਪਾਤਾ ਗਿਆ ਕਿ ਪੇਰੈਂਟਸ ਦੀ ਡਿਊਟੀ ਵੀ ਹਮ ਬਣਦੀ ਹੈ ਕਿ ਬੱਚਿਆਂ ਨੂੰ ਪੜ੍ਹਨ, ਲੇਕਿਨ ਜੇ ਤੁਸੀਂ ਪੜ੍ਹਨ ਦਾ ਮੌਕਾ ਨਹੀਂ ਦਿਓਗੇ, ਤਾਂ ਇਸ ਕਰਕੇ ਹਮ ਇਹਦਾ ਆਲ ਇੰਡੀਆ ਲੈਵਲ ਤੇ ਫੋਰਮ ਨੂੰ ਬਹੁਤ ਸਪੋਰਟ ਸੀਗੀ। ਔਰ ਅਸੀਂ ਸਮਝਦੇ ਹਾਂ ਕਿ ਸਾਨੂੰ ਅੱਜ ਇਹ ਨਾ ਮਹਿਸੂਸ ਹੋਵੇ ਕਿਸੇ ਨੂੰ ਕਿ ਅਸੀਂ ਆਪਣੇ ਆਪਣੇ ਦਾ ਬੈਠੇ ਹੋਏ ਬਿਲਕੁਲ ਨਿਰਅਰਥ ਹੋ ਗਏ ਹੈਗੇ ਆ। ਅਸੀਂ ਸਮਾਜ ਨਾਲ ਜੁੜੇ ਹੋਏ ਆ, ਔਰ ਸਾਡੀ ਬਹੁਤ ਵੱਡੀ ਕ੍ਰਿਟੀਕ ਇਹ ਹੀ ਹੈ ਕਿ ਜਿਹੜਾ ਇਹ ਕਰੋਨਾ ਦਾ
ਮਤਲਬ ਬਹੁਤ ਵੱਡਾ ਪੈਂਡੈਮਿਕ ਹੈ, ਇਹਨੂੰ ਤੁਸੀਂ ਸਮਾਜੀ ਤੌਰ ਤੇ ਲੜ ਸਕਦੇ ਹੋ, ਇਹਨੂੰ ਡੰਡੇ ਨਾਲ ਨਹੀਂ ਲੜ ਸਕਦੇ। ਅੱਜ ਮਤਲਬ ਚੀਜ਼ਾਂ ਤੁਸੀਂ ਲੋਕਾਂ ਨੂੰ ਪਾਗਲਪਨ ਤੱਕ ਲਿਜਾ ਰਹੇ ਹੈਗੇ ਹੋ, ਔਰ ਉਸ ਹੱਦ ਤੱਕ ਹੈ ਕਿ ਲੋਕਾਂ ਨੂੰ ਰੋਟੀ ਨਹੀਂ ਮਿਲੂ। ਤੇ ਮੈਨੂੰ ਫਿਕਰ ਇਹ ਹੋ ਰਿਹਾ ਕਿ 5 ਦਿਨਾਂ ਨੂੰ ਇੱਥੇ ਟੈਂਪਰੇਚਰ ਇੰਨਾ ਵੱਧ ਜਾਣਾ ਕਿ ਲੋਕਾਂ ਨੇ ਪਾਣੀ ਲਈ ਤਰਸ ਜਾਣਾ। ਅਜੇ ਰੋਟੀ ਖਾ ਬਗੈਰ ਭੁੱਖ ਨਾਲ ਤੇ ਕੁਝ ਦਿਨ ਆਦਮੀ ਕੱਢ ਸਕਦਾ ਹੈ, ਲੇਕਿਨ ਪਾਣੀ ਨਾਲ ਬਿਲਕੁਲ ਨਹੀਂ ਕੱਢ ਸਕਦਾ। ਔਰ ਅਜੇ ਤੱਕ ਸਾਡੀ ਸਰਕਾਰ ਨੂੰ ਜਿਹੜਾ ਟਾਈਮ ਮਿਲਿਆ ਸੀ ਲਾਕਡਾਊਨ ਦਾ, ਜਿਹਦੇ ਨਾਲ ਡਿਲੇ ਕੀਤੀ ਗਈ, ਉਸ ਟਾਈਮ ਨੂੰ ਅਸੀਂ ਪ੍ਰੋਪਰਲੀ ਯੂਜ਼ ਨਹੀਂ ਕੀਤਾ। ਨਾ ਆਪਣੀਆਂ ਸਵਾਸ ਸਤਾਵਾਂ ਨੂੰ ਬਣਾਉਣ ਵਾਸਤੇ ਕੀਤਾ, ਨਾ ਲੋਕਾਂ ਦੀ ਜਿਹੜੀ ਮਿਨੀਮਮ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨ ਦਾ ਕੀਤਾ। ਜਿਹੜੀ ਆਪਣੀ ਮਤਲਬ ਪੰਜਾਬ ਦੀ ਔਰ ਖਾਸ ਤੌਰ ਤੇ ਮੈਂ ਸਮਝਦਾ ਗੁਰੂ ਸਾਹਿਬਾਨ ਦੀ ਜਿਹੜੀ ਸਭ ਤੋਂ ਵੱਡੀ ਸਾਨੂੰ ਦੇਣ ਹੈ ਕਿ ਲੰਗਰ ਸਾਰਿਆਂ ਨੂੰ ਮਿਲਣਾ ਚਾਹੀਦਾ। ਉੱਥੇ ਤੁਸੀਂ ਕਿਸੇ ਦਾ ਸਰਨਾਮਾ ਨਹੀਂ ਪੁੱਛਦੇ। ਔਰ ਇਹ ਬੜੀ ਇੰਟਰਸਟਿੰਗ ਗੱਲ ਹੈ ਤੁਹਾਡੇ ਵਾਸਤੇ ਮੈਂ ਦੱਸਾਂ ਕਿ ਜਲਿਆਂਵਾਲੇ ਵਾਲੇ ਬਾਗ ਤੋਂ ਪਹਿਲਾਂ ਲੋਕਾਂ ਨੇ ਲੰਗਰ ਸ਼ੁਰੂ ਕੀਤਾ ਸੀ ਕਿਉਂਕਿ ਉਹਨਾਂ ਨੂੰ ਪ੍ਰੋਬਲਮ ਸੀਗੀ, ਔਰ ਉਹ ਲੰਗਰ ਨੇ ਲੋਕਾਂ ਵਿੱਚ ਏਕਤਾ ਬਣਾਈ। ਔਰ ਮਾਰਸ਼ਲ ਲਾ ਦਾ ਪਹਿਲਾ ਆਰਡਰ ਸੀ ਵੀ ਲੰਗਰ ਬੰਦ ਕਰ ਦਿਓ, ਕਿਉਂਕਿ ਲੰਗਰ 'ਚ ਲੋਕੀ ਇਕੱਠੇ ਬਹਿ ਕੇ ਖਾਂਦੇ ਨੇ ਤੇ ਇਹਨਾਂ 'ਚ ਏਕਤਾ ਆਉਂਦੀ ਹੈ ਜਿਹੜੀ ਸਾਡੇ ਲਈ ਖਤਰਾ ਹੈ। ਤੋ ਅੱਜ ਮਤਲਬ ਜਿੱਥੇ ਤੁਸੀਂ ਸਮਾਜਿਕ ਤੌਰ ਤੇ ਲੋਕਾਂ ਨੂੰ ਹਿੱਸੇਦਾਰ ਬਣਾਉਂਦੇ ਇਸ ਲੜਾਈ ਵਿੱਚ, ਕਿਉਂਕਿ ਇਹ ਲੜਾਈ ਕਰੋਨਾ ਦੀ ਜਿਹੜੀ ਹੈ ਉਹਦੇ 'ਚ ਇਹ ਵੀ ਹੈ ਕਿ 85% ਲੋਕ ਤੇ ਮਤਲਬ ਉਹਦੇ 'ਚ ਮਤਲਬ ਬਚ ਜਾਂਦੇ ਨੇ, 15% ਨੂੰ ਮੈਡੀਕਲ ਸਪੋਰਟ ਚਾਹੀਦੀ ਹੈ। ਔਰ ਉਹਦੇ ਵਿੱਚ ਵੀ ਮਤਲਬ ਇੱਕ ਪਾਰਟਿਕੂਲਰ ਦੇ ਲੋਕ ਨੇ ਜਿਨ੍ਹਾਂ ਨੂੰ ਬਚਾਉਣ ਦੀ ਲੋੜ ਹੈਗੀ। ਪਰ ਇਹ ਹੈ ਕਿ ਵੀ ਜਿਹੜਾ ਸਾਡੀ ਅੱਜ ਕੱਲ੍ਹ ਮਾਨਸਿਕਤਾ ਹੀ ਹੈ, ਔਰ ਮੈਂ ਸਮਝਦਾ ਕਿ ਇਹ ਜਿਹੜਾ ਅਸੀਂ ਇਕੱਠੇ ਹੋ ਕੇ ਇੱਕ ਮਤਲਬ ਇਹੋ ਜਿਹਾ ਆਪਣੇ ਆਪ ਨੂੰ ਯਕੀਨ ਦਵਾਇਆ ਕਿ ਅਸੀਂ ਇਹਦੇ ਵਿੱਚ ਵੀ ਆਪਣੀ ਡਿਊਟੀ ਮਤਲਬ ਕਰ ਸਕਦੇ ਹੈਗੇ ਆ, ਮਤਲਬ ਉਹਦੇ ਬਾਰੇ 'ਚ ਇੱਕ ਦੂਜੇ ਨਾਲ ਜੁੜ ਸਕਦੇ ਹਾਂ। ਜਿੱਦਾਂ ਤੁਹਾਡੇ ਨਾਲ ਜੁੜਿਆ, ਅਸੀਂ ਵੀ ਵੈਬ ਕਾਨਫਰੰਸ ਕੀਤੀ, ਉਸ ਤੋਂ ਪਹਿਲਾਂ ਵੀ ਕੀਤੀ, ਮਤਲਬ ਕੱਲ ਵੀ ਇੱਕ ਵੈਬ ਕਾਨਫਰੰਸ ਦੇ ਰਾਹੀਂ ਵੀ ਹਿੰਦੁਸਤਾਨ ਵਿੱਚ ਮੱਧ ਪ੍ਰਦੇਸ਼ ਤੋਂ, ਯੂਪੀ ਤੋਂ, ਮਤਲਬ ਹੋਰ ਸੂਬਿਆਂ ਵਿੱਚੋਂ ਲੋਕ ਨਾਲ ਸਨ ਤੇ ਇਹਦੇ ਉੱਤੇ ਚਰਚਾ ਕਰ ਰਹੇ ਸੀ ਕਿ ਸੰਵਿਧਾਨ ਦੀ ਜਿਹੜੀ ਹੈਗੀ ਹੈ ਉਹਨੂੰ ਕਿਵੇਂ ਦੇਖਿਆ ਜਾਵੇ। ਉਹਦੇ ਸਰਕਾਰ ਦੀ ਡਿਊਟੀ ਦੀ ਗੱਲ ਅਸੀਂ ਕਦੇ ਨਹੀਂ ਕੀਤੀ ਕਿ ਜਿਹੜੇ ਮਤਲਬ ਡਾਇਰੈਕਟਰ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਨੇ ਔਰ ਸਾਡੀ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕੀਤੀ ਜਾਵੇ। ਤੋ ਇਸ ਕਰਕੇ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ ਔਰ ਇੱਕ ਚੰਗਾ ਐਕਸਪੈਰੀਮੈਂਟ ਵੀ ਹੈ ਕਿ ਅਸੀਂ ਮਤਲਬ ਕਿਉਂਕਿ ਇਨਸਾਨ ਜੁੜਿਆ ਰਵੇ ਔਰ ਅਸੀਂ ਵੱਖਰੇ ਵੱਖਰੇ ਹੋ ਕੇ ਵੀ ਜੁੜੇ ਰਹਿ ਸਕਦੇ ਹਾਂ। ਔਰ ਇਹ ਸਾਨੂੰ ਮਤਲਬ ਸਾਡੇ ਸ਼ਹੀਦਾਂ ਨੇ ਦੱਸਿਆ ਕਿ ਵੀ ਉਹ ਮਤਲਬ ਜੇਲ੍ਹਾਂ ਵਿੱਚ ਵੀ ਜੁੜੇ ਰਹੇ। ਜੇ ਕਰਤਾਰ ਸਿੰਘ ਸਰਾਭਾ ਨੇ ਕਿਹਾ ਕਿ ਜੇਲ੍ਹਾਂ ਕਾਲਜ ਨੇ ਵਤਨ ਸੇਵਕਾਂ ਦੇ, ਦਾਖਲ ਹੋਏ ਕਿ ਡਿਗਰੀਆਂ ਪਾਏ ਜਾਣਾ, ਉਹਨਾਂ ਨੇ ਉਹਨੂੰ ਕਾਲਜ ਵਰਤਿਆ। ਭਗਤ ਸਿੰਘ ਨੇ ਜੇਲ੍ਹ ਨੂੰ ਇੱਕ ਆਪਣੀ ਲਾਇਬ੍ਰੇਰੀ ਬਣਾ ਕੇ ਆਪਣੇ ਮਤਲਬ ਸਾਰਾ ਪੜ੍ਹਨ ਲਿਖਣ ਦਾ ਕੰਮ ਕੀਤਾ। ਤੇ ਉਹਦਾ ਮਤਲਬ ਕਿ ਜੇਲ੍ਹਾਂ ਰੋਕ ਨਹੀਂ ਸਕਦੀਆਂ। ਔਰ ਮੈਨੂੰ ਉਹੀ ਗੱਲ ਯਾਦ ਆ ਰਹੀ ਸੀ ਵੀ ਭਗਤ ਸਿੰਘ ਨੇ ਕਿਹਾ ਸੀ, ਉਹਨਾਂ ਦੀ ਡਾਇਰੀ ਤੇ ਜਿਹੜੀ ਜੁਐਲ ਨੋਟਬੁੱਕ ਹੈ ਉਹਦੇ ਪਹਿਲੇ ਸਫ਼ੇ ਤੇ 2 ਚੀਜ਼ਾਂ ਦੀਆਂ ਲਿਖੀਆਂ ਉਹਨਾਂ ਕਿ ਮਾਈ ਸਟਰੈਂਥ ਇਜ਼ ਦ ਸਟਰੈਂਥ ਆਫ ਦ oppressed, ਮਾਈ ਕਰੇਜ ਇਜ਼ ਦ ਕਰੇਜ ਆਫ ਮਾਈ ਸਟਰੈਂਥ ਇਜ਼ ਦ ਸਟਰੈਂਥ ਆਫ ਦ oppressed, ਮਾਈ ਕਰੇਜ ਇਜ਼ ਦ ਕਰੇਜ ਆਫ ਡੈਸਪਰੇਟ। ਕਿ ਜਿੱਦਾਂ ਅਸੀਂ ਡੈਸਪਰੇਟ ਕਰ ਰਹੇ ਹਾਂ ਉਦੋਂ ਜਦੋਂ ਜੋਸ਼ ਆਉਂਦਾ ਹੈ ਉਹਨੂੰ ਉਹ ਦਰਿਆ ਨੂੰ ਨਹੀਂ ਰੋਕ ਸਕਦਾ ਕੋਈ। ਨਾਲ ਉਰਦੂ 'ਚ ਉਹਨਾਂ ਨੇ ਇੱਕ ਸ਼ੇਰ ਲਿਖਤਾ ਸੀ ਕਿ ਕੁर्रे खाक है गर्दिश में तपिश से मेरी मैं वो मजनू हूं जो जिंदा में भी आजाद हूं। तो ਅਸੀਂ ਇਹਨਾਂ ਮੁਸ਼ਕਲਾਂ ਵਿੱਚ ਵੀ ਆਜ਼ਾਦੀ ਜਿਹੜੀ ਹੈ ਉਹਨੂੰ ਮਾਣ ਸਕਦੇ ਹਾਂ ਅਗਰ ਅਸੀਂ ਆਪਣੇ ਵਿਚਾਰਾਂ ਤੇ ਪਹਿਰਾ ਦਈਏ, ਇੱਕ ਦੂਜੇ ਨਾਲ ਜੁੜੀਏ। ਔਰ ਜਿੱਦਾਂ ਤੁਸੀਂ ਹੁਣ ਬਹੁਤ ਵੱਡੇ ਪੈਮਾਨੇ ਤੇ ਦੁਨੀਆ ਨਾਲ ਜੋੜ ਰਹੇ ਹੋ ਤੇ ਇਹ ਜੁੜਨਾ ਜਿਹੜਾ ਹੈ ਇਹ ਅੱਜ ਦਾ ਮਤਲਬ ਸਾਡਾ ਮਤਲਬ ਡਿਊਟੀ ਬਣਦੀ ਹੈ ਕਿ ਅਸੀਂ ਜੁੜੀਏ। ਤੇ ਇਹ ਪ੍ਰੋਫੈਸਰ ਸਾਹਿਬ ਜੋ ਰੈਜ਼ਿਸਟੈਂਸ ਦਰਜ ਕਰਾਈ ਗਈ ਭੁੱਖ ਹੜਤਾਲ ਕਰਕੇ ਪੰਜਾਬ ਵੱਲੋਂ, ਤੇ ਗਦਰੀ ਬਾਬਿਆਂ ਦੇ ਪਿਛਲੇ ਵਾਰੀ ਗਦਰੀ ਬਾਬਿਆਂ ਦੇ ਮੇਲੇ ਵਿੱਚ ਦਾ ਵਾਇਰ ਦੇ ਐਡੀਟਰ ਸਿਧਾਰਥ ਵਰਦਰਾਜਨ ਨੇ ਕਿਹਾ ਸੀ ਕਿ ਜੇ ਕਿਤੇ ਕਸ਼ਮੀਰ ਦੇ ਹੱਕ ਵਿੱਚ ਜਾਂ ਸੰਵਿਧਾਨ ਨੂੰ ਸੰਵਿਧਾਨ ਦੀ ਉਲੰਘਣਾ ਅਵਗਿਆ ਕਰਨ ਦੇ ਮਾਮਲੇ ਵਿੱਚ ਜਿੰਨਾ ਵਿਰੋਧ ਪੰਜਾਬ ਵੱਲੋਂ ਅਤੇ ਇੱਕ ਤਾਮਿਲਨਾਡੂ ਜਾਂ ਕੇਰਲਾ ਵੱਲੋਂ ਦਿਖਾਇਆ ਜਾ ਰਿਹਾ ਹੈ, ਜਿੰਨਾ ਵਿਰੋਧ ਕੀਤਾ ਜਾ ਰਿਹਾ ਇਹਨਾਂ ਸੂਬਿਆਂ ਵੱਲੋਂ, ਉਹਨਾਂ ਹੋਰ ਕਿਧਰੇ ਨਹੀਂ ਹੋ ਰਿਹਾ। ਤੇ ਇਸ ਭੁੱਖ ਹੜਤਾਲ ਨੂੰ ਵੀ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਵਿੱਚ ਹੀ ਇਹਨਾਂ ਦੋਵੇਂ ਕਾਰਕੁਨਾਂ ਦੇ ਹੱਕ ਵਿੱਚ ਬਹੁਤ ਉਹਨਾਂ ਦੇ ਹੱਕ ਵਿੱਚ ਬਹੁਤ ਖਲੋਤਾ ਹੈ ਪੰਜਾਬ, ਐਨ ਲਾਗਿਓਂ ਹੋ ਕੇ ਦਿਲੋਂ ਤਨੋਂ ਮਨੋਂ? ਦੇਖੋ ਦਵੀ ਜੀ, ਅਸੀਂ ਲਗਾਤਾਰ ਹੀ ਪੰਜਾਬ ਲਗਾਤਾਰ ਇੱਕ ਆਪਣਾ ਰੋਲ, ਔਰ ਇਹ ਮੈਂ ਸਮਝਦਾ ਕਿ ਸਾਡੀ ਹੈਰੀਟੇਜ ਹੈ, ਸਾਡਾ ਵਿਰਸਾ ਜਿਹੜਾ ਹੈ, ਜਿਹੜਾ ਗਦਰ ਪਾਰਟੀ ਨੇ ਦਿੱਤਾ, ਜਿਹੜਾ ਭਗਤ
ਸਿੰਘ ਉਹਨਾਂ ਨੇ ਦਿੱਤਾ, ਜਿਹੜਾ INA ਨੇ ਜੀ ਦਿੱਤਾ, ਜੀ ਕਿਉਂਕਿ INA 'ਚ ਵੀ ਪੰਜਾਬ ਦੀ ਬਹੁਤ ਵੱਡੀ ਮਤਲਬ ਹਾਂ ਕੰਟਰੀਬਿਊਸ਼ਨ ਬਿਲਕੁਲ ਸੀਗੀ। ਉਹ ਇੱਕ ਲਗਾਤਾਰ ਜੀ ਆਜ਼ਾਦੀ ਦੀ ਲਹਿਰ ਵਿੱਚ ਅਸੀਂ ਇੱਕ ਆਪਣੇ ਤੌਰ ਤੇ ਪੰਜਾਬੀਆਂ ਨੇ ਉਹ ਇਹ ਵਿਰਸਾ ਲਿਆ ਹੈਗਾ, ਹੂੰ ਔਰ ਜੇ ਅਸੀਂ ਨਹੀਂ ਹੂੰ ਬੋਲਦੇ ਤੇ ਫਿਰ ਕੋਈ ਨਹੀਂ ਬੋਲੇਗਾ। ਤੋ ਇਸ ਕਰਕੇ ਇਹ ਜ਼ਿੰਮੇਵਾਰੀ, ਮੈਂ ਸਮਝਦਾ ਕਿ ਵਿਰਸੇ ਦੇ ਨਾਲ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਕਿ ਅਸੀਂ ਉਸ ਜ਼ਿੰਮੇਵਾਰੀ ਨੂੰ ਨਿਭਾਇਆ। ਔਰ ਜਿੱਦਾਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਵਰਦ ਰਾਜਨ ਉਹਨਾਂ ਨੇ ਕਿਹਾ ਸੀ ਕਿ ਵੀ ਪੰਜਾਬ ਤੋਂ, ਇਸ ਕਰਕੇ ਪੰਜਾਬ ਆਪਣੀ ਜ਼ਿੰਮੇਵਾਰੀ ਤੇ ਹਮੇਸ਼ਾ ਖੜਾ ਰਹਿੰਦਾ ਹੈ। ਔਰ ਸਾਡੀ ਥੋੜੀ ਜਿਹੀ ਆਵਾਜ਼ ਉੱਤੇ ਹੀ ਇੰਨੀਆਂ ਸਾਰੀਆਂ ਆਰਗੇਨਾਈਜੇਸ਼ਨਸ ਨੇ ਆਪਣੇ ਤੌਰ ਤੇ ਇੱਕ ਇਨੀਸ਼ੀਏਟਿਵ ਲੈ ਲਿਆ, ਔਰ ਇਹ ਲੈਂਦੇ ਰਹਿਣਾ ਹੂੰ ਚਾਹੀਦਾ ਹੈ। ਕਿਉਂਕਿ ਕਿਉਂਕਿ ਤੇ ਅਗਰ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣਾ ਹੈ ਅਸੀਂ, ਤੇ ਡਿਬੇਟ ਨਹੀਂ ਹੂੰ ਖਤਮ ਹੋਣੀ ਚਾਹੀਦੀ। ਸਾਡੀ ਸਵਾਲ ਕਰਨ ਦੀ ਜਿਹੜੀ ਸ਼ਮਤਾ ਹੈ ਉਹ ਬਣੀ ਰਹਿਣੀ ਚਾਹੀਦੀ ਹੈ। ਔਰ ਉਹਦੇ ਤੇ ਸਾਨੂੰ ਮਤਲਬ ਪਾਸ਼ ਦੇ ਕਹਿਣ ਅਗਰ ਜ਼ਿੰਦਗੀ ਨੇ ਸਾਨੂੰ ਬਾਣੀਏ ਬਣਾ ਦਿੱਤਾ, ਅਸੀਂ ਥੋੜਾ ਜਿਹਾ ਕੰਮ ਕਰਕੇ ਨਾ ਉਹਦਾ ਮੁੱਲ ਲੱਭਣ ਲੱਗ ਪਏ ਨੇ। ਲੇਕਿਨ ਜਿਨ੍ਹਾਂ ਨੂੰ ਵੈਲਿਊ ਪੈਰ ਨਹੀਂ ਕਰਨਾ ਜਿਹੜੀ ਆਉਂਦਾ। ਕਦਰਾਂ ਹਾਂਜੀ ਕੀਮਤਾਂ ਦਾ ਕੋਈ ਮੁੱਲ ਨਹੀਂ ਹੁੰਦਾ, ਉਹ ਆਪਣੇ ਆਪ 'ਚ ਹੀ ਜੀ ਮਤਲਬ ਸਮਾਜ ਦਾ ਮੁੱਲ ਹੁੰਦੀਆਂ ਨੇ। ਔਰ ਇਸ ਕਰਕੇ ਹੂੰ ਮਤਲਬ ਇਹਨਾਂ ਨੂੰ ਚੱਲਦੇ ਰਹਿਣਾ ਚਾਹੀਦਾ। ਔਰ ਪੰਜਾਬ ਹਮੇਸ਼ਾ ਇਸ ਜ਼ਿੰਮੇਵਾਰੀ ਦੇ ਪ੍ਰਤੀ ਸੰਜੀਦਾ ਵੀ ਹੈ। ਔਰ ਤੁਹਾਨੂੰ ਪਤਾ ਹੈ ਕਿ ਉਦੋਂ ਜਦੋਂ ਪਹਿਲੀ ਵਾਰੀ 5 ਇਹਨਾਂ ਇੰਟੈਲੈਕਚੁਅਲ ਨੂੰ ਫੜਿਆ ਗਿਆ ਤੇ ਚੰਡੀਗੜ੍ਹ ਜੀ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਇਕੱਠ ਹੈ ਉਦੋਂ ਅਸੀਂ ਕੀਤਾ ਸੀ। ਉਦੋਂ ਕਿਸਾਨ ਜੀ ਜਥੇਬੰਦੀਆਂ, ਵਿਦਿਆਰਥੀ ਹਾਂ ਜਥੇਬੰਦੀਆਂ, ਮਤਲਬ ਅਸੀਂ ਹੂੰ ਸਾਰਿਆਂ ਨੇ ਜੁੜ ਕੇ ਕੀਤਾ ਸੀ। ਸੋ ਉਹ ਸਪਿਰਿਟ ਸਾਡੇ ਕੋਲ ਹੈ। ਔਰ ਮੈਂ ਸਮਝਦਾ ਕਿ ਜੇ ਤੁਸੀਂ ਐਮਰਜੈਂਸੀ ਦਾ ਵੀ ਦੇਖੋ ਕਿ ਐਮਰਜੈਂਸੀ ਦੇ ਵਕਤ ਵੀ 1975 77 ਦੇ ਵਿੱਚ ਜਿਹੜਾ ਸਭ ਤੋਂ ਵੱਡੀ ਰੈਜ਼ਿਸਟੈਂਸ ਬਿਲਟ ਹੋਈ ਸੀਗੀ, ਉਹ ਬਿਹਾਰ ਨੇ ਜੀ ਤੇ ਕਾਲ ਦਿੱਤੀ ਸੀ, ਲੇਕਿਨ ਉਹ ਪੰਜਾਬ ਵੱਲੋਂ ਹੋਈ ਸੀਗੀ। ਤੋਂ ਇਹ ਕਿ ਪੰਜਾਬ ਦਾ ਜੀ ਇੱਕ ਇਤਿਹਾਸਕ ਪਿਛੋਕੜ ਹੈ, ਇਤਿਹਾਸਕ ਜਦੋਂ ਕਿਉਂਕਿ ਪਿਛੋਕੜ ਤੁਹਾਡੀ ਜ਼ਿੰਮੇਵਾਰੀ ਬਣਾਉਂਦਾ ਹੈ। ਔਰ ਜ਼ਿੰਮੇਵਾਰੀ ਜਿਹੜੀ ਹੈ ਬਿਲਕੁਲ। ਉਹਨੂੰ ਨਿਭਾਉਣਾ ਸਾਨੂੰ ਕਰਨਾ ਚਾਹੀਦਾ ਹੈ। ਔਰ ਅੱਗੇ ਨੌਜਵਾਨਾਂ ਨੂੰ ਵੀ ਉਹਦੇ ਵਿੱਚ ਹਿੱਸੇਦਾਰ ਬਣਨਾ ਚਾਹੀਦਾ। ਤੇ ਇਹ ਸੰਘਰਸ਼ ਸਾਡਾ ਦਰਜ ਕਿੱਥੇ ਹੋਏਗਾ? ਕੀ ਸਰਕਾਰਾਂ ਤੇ ਜਾਂ ਸਰਵਉੱਚ ਅਦਾਲਤ ਤੱਕ ਇਹ ਪਹੁੰਚੇਗੀ ਕਿ ਇੰਨੇ ਲੋਕ ਉਹਨਾਂ ਕਾਰਕੁਨਾਂ ਦੇ ਨਾਲ ਨੇ? ਕਦੋਂ ਸੁਣੀ ਉਹਦੇ ਜਾਏਗੀ ਨਾਲ ਜਾਂ ਹੈ ਕਿਸ ਦਰ? ਕਿ ਇਹ ਪਟੀਸ਼ਨਾਂ ਜਿਹੜੀਆਂ ਨੇ ਉਹ ਵੀ ਗਈਆਂ ਨੇ, ਕਿਉਂਕਿ ਇੱਕ ਜੀ ਸਿਗਨੇਚਰ ਕੈਂਪੇਨ ਹੋਈ। ਫਿਰ ਉਹ ਤੋਂ ਬਾਅਦ ਹੂੰ ਟਵਿੱਟਰ ਦੇ ਉੱਤੇ ਮਤਲਬ 25,000 ਲੋਕਾਂ ਨੇ ਸਪੋਰਟ ਕੀਤਾ। ਮਤਲਬ ਜੀ ਫੇਸਬੁੱਕ ਉੱਤੇ ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤਾ। ਔਰ ਉਹ ਸਾਰੀ ਰਿਪੋਰਟ ਜਿਹੜੀ ਹੈ ਉਹ ਪ੍ਰੈਜ਼ੀਡੈਂਟ ਨੂੰ, ਪ੍ਰਾਈਮ ਮਿਨਿਸਟਰ ਨੂੰ, ਹੋਮ ਮਿਨਿਸਟਰ ਨੂੰ, ਚੀਫ ਜਸਟਿਸ ਨੂੰ ਭੇਜੀ ਗਈ ਹੈ। ਮਤਲਬ ਅਸੀਂ ਇਹ ਕੀ ਕਰ ਸਕਦੇ ਹਾਂ, ਪਰ ਸਾਡਾ ਯਕੀਨ ਇਹ ਰਿਹਾ ਕਿ ਵੀ ਤੁਸੀਂ ਰਿਪੋਰਟ ਲੋਕਾਂ ਨੂੰ ਕਰਦੇ ਹੋ, ਕਿਉਂਕਿ ਲੋਕ ਸਰਵਉੱਚ ਨੇ। ਮਤਲਬ ਇਹ ਤੇ ਸਾਰੇ ਕੀ ਜਿਹੜਾ ਬਾਕੀ ਲੋਕਾਂ ਤੋਂ ਥੱਲੇ ਹੈ। ਤੋ ਇਸ ਕਰਕੇ ਲੋਕੀ ਅਗਰ ਰਜਿਸਟਰ ਕਰਦੇ ਨੇ ਉਹਨੂੰ, ਤੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਵੀ ਲੋਕ ਹੋਰ ਚੇਤਨ ਹੋਣ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ। ਕੀ ਕੌਮਾਂਤਰੀ ਪੱਧਰ ਤੇ ਵੀ ਸਾਨੂੰ ਕੋਈ ਇਹੋ ਜਿਹਾ ਹੁੰਗਾਰਾ ਮਿਲ ਰਿਹਾ? ਕਿਉਂਕਿ ਇਹ ਦੋਵੇਂ ਹਸਤੀਆਂ ਬਹੁਤ ਵੱਡੀਆਂ ਨੇ। ਜੀ ਨਹੀਂ, ਕੌਮਾਂਤਰੀ ਪੱਤਰ ਤੇ ਹੈ ਕਿ ਅੱਜ ਹੀ ਮੇਰੀ ਮਤਲਬ ਹੋ ਰਹੀ ਸੀ ਇੰਗਲੈਂਡ ਦਾ, ਔਰ ਉਹ ਇੰਟਰਨੈਸ਼ਨਲ ਗਰੁੱਪ ਹੈਗਾ। ਮਤਲਬ ਉਹ ਆਪਣੇ ਤੌਰ ਤੇ ਕਰ ਰਹੇ ਨੇ। ਔਰ 23 ਤਰੀਕ ਨੂੰ ਅਸੀਂ ਇੱਕ ਵੱਡੀ ਇੰਟਰਨੈਸ਼ਨਲ ਕਾਨਫਰੰਸ, ਮਤਲਬ ਵੀਡੀਓ ਕਾਨਫਰੰਸ ਵੀ ਕਰਨ ਜਾ ਰਹੇ ਹੈਗੇ ਹਾਂ। ਇਸੇ ਤਰ੍ਹਾਂ ਹੀ ਇਸੇ ਕੈਨੇਡਾ ਮਹੀਨੇ ਵਿੱਚੋਂ ਬਹੁਤ ਹੈ ਜੀ। ਮਤਲਬ ਇਸੇ ਇਸੇ ਇਹਨਾਂ ਮਹੀਨੇ ਵਿਸ਼ਿਆਂ ਨੂੰ ਲੈ ਕੇ, ਔਰ ਖਾਸ ਤੌਰ ਤੇ ਦੋ ਨਹੀਂ ਜਿਹੜੀ ਹੈ ਹਾਂਜੀ, ਜੀ ਇਸੇ ਮਤਲਬ ਮਹੀਨੇ ਹੋ ਚੈਲੰਜ ਰਹੀ ਹੈ ਨਾ ਇਹ? ਇਹੀ 23 ਤਰੀਕ ਨੂੰ, ਮਤਲਬ ਮੈਨੂੰ ਅੱਜ ਹੀ ਜੀ ਆਇਆ ਜੀ ਉਹਨਾਂ ਦਾ ਕਿ 23 ਤਰੀਕ ਨੂੰ ਆਰਗੇਨਾਈਜ਼ ਕਰ ਰਹੇ, ਜਿਹਦੇ ਚ ਸਾਰੇ ਮਤਲਬ ਵੱਖਰੇ ਵੱਖਰੇ ਦੇਸ਼ਾਂ ਤੋਂ ਲੋਕ ਜਿਹੜੇ ਨੇ ਉਹ ਹਿੱਸੇ ਮਤਲਬ ਹੋਣਗੇ, ਜਿਹਦੇ ਚ ਮੈਨੂੰ ਮਤਲਬ ਜ਼ਿੰਮੇਵਾਰੀ ਦਿੱਤੀ ਗਈ ਕਿ ਮੈਂ ਵੀ ਉਹਦੇ ਵਿੱਚ ਹਿੱਸੇਦਾਰ ਹੋਵਾਂ। ਤੋ ਅਮਰੀਕਾ ਤੋਂ ਆਈ ਹੈਗੀ ਆ, ਉੱਥੇ ਗਦਰ ਫਾਊਂਡੇਸ਼ਨ ਹੈ ਨਿਊਯਾਰਕ ਵਿੱਚ ਵੀ ਤੇ ਕੈਲੀਫੋਰਨੀਆ ਵਿੱਚ ਜੀ ਵੀ, ਉਹਨਾਂ ਨੇ ਸਪੋਰਟ ਜੀ ਭੇਜੀ ਹੈ। ਕੈਨੇਡਾ ਵਿੱਚ ਹਮ, ਵੈਨਕੂਵਰ ਚ ਬਹੁਤ ਤਕੜਾ ਮਤਲਬ ਯੂਨੀਵਰਸਿਟੀ ਆਫ ਦਾ ਗਰੁੱਪ ਹੈਗਾ, ਮਤਲਬ ਉਹਨਾਂ ਨੇ ਜੀ ਮਤਲਬ ਪਹਿਲਾਂ ਹੀ ਭੇਜਤੀ ਸਪੋਰਟ। ਤੋਂ ਮਤਲਬ ਕਿ ਇਹ ਚੇਤਨਤਾ ਮਤਲਬ ਦੂਜੀ ਹੈ ਕਿ ਇਹ ਲੜਾਈ ਇਕੱਲੀ ਸਾਡੀ ਨਹੀਂ ਹੈ, ਕਿਉਂਕਿ ਅੱਜ ਜਿਹੜੀ ਇੱਕ ਹਮ ਟੈਂਡੈਂਸੀ ਵਾਇਰਸ ਦਾ ਫਾਇਦਾ ਉਠਾਉਣ ਦੀ ਵੀ ਹੋ ਰਹੀ ਹੈ ਕਿ ਇਹਨੂੰ ਡਿਕਟੇਟਰਸ਼ਿਪ 'ਚ ਵਰਤਿਆ ਜਾਵੇ, ਇੱਕ ਬੰਦੇ ਜੀ ਦੇ ਹੁਕਮ 'ਚ ਸਾਰਾ ਕੁਝ ਕੀਤਾ ਜਾਵੇ। ਉਸ ਟੈਂਡੈਂਸੀ ਦੇ ਹਮ ਖਿਲਾਫ ਦੁਨੀਆ ਵੀ ਚੇਤਨ ਹੈ। ਅਗਰ ਨੌਮ ਚਮਸਕੀ ਕਹਿ ਰਿਹਾ ਹੈ, ਅਮ੍ਰਿਤਿਆ ਸੈਨ ਇਹ ਕਹਿ ਰਿਹਾ ਹੈ ਕਿ ਵੀ ਇਸ ਬਿਮਾਰੀ ਤੋਂ ਹਮ ਬਚੋ, ਕਿ ਇਸ ਹਮ ਵਾਇਰਸ ਤੋਂ ਤਾਂ ਨਿਕਲ ਜਾਓਗੇ, ਲੇਕਿਨ ਡਿਕਟੇਟਰਸ਼ਿਪ ਵਾਲਾ ਹਮ ਵਾਇਰਸ ਨਾ ਆ ਜਾਏ, ਇਹਦਾ ਬਹਾਨਾ ਬਣਾ ਕੇ ਹਾਂ ਤੁਹਾਡੇ ਤੇ ਨਾ ਆ ਜਾਏ। ਸੋ ਲੋਕਾਂ ਨੂੰ ਉਹਦੇ ਤੇ ਜੀ ਚੇਤਨਤਾ ਦੀ ਲੋੜ ਹੈ। ਔਰ ਵਰਲਡ ਜਿੱਥੇ ਕਰੋਨਾ ਵਾਇਰਸ ਨੇ ਇਕੱਠਾ ਕੀਤਾ ਹੈ, ਉੱਥੇ ਇਹ ਹਾਂ ਵਿਚਾਰਾਂ ਦੇ ਵੀ ਇੱਕ ਮਤਲਬ ਜੋੜ ਮੇਲਾ ਕਰੇਗਾ। ਜੀ ਇਹ ਸੱਤਾ ਨੂੰ ਹੁਨਰ ਹੁੰਦਾ ਹੈ ਕਿ ਉਹ ਹਰ ਔਖੇ ਵੇਲੇ ਨੂੰ ਵੀ ਆਪਣੇ ਹੱਕ 'ਚ ਬਣਾਉਣਾ ਜਾਣਦਾ ਹੁੰਦੀ ਹੈ। ਤੇ ਇਹੋ ਜਿਹੇ ਜੀ ਦੌਰ ਵਿੱਚ
ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਨੇ ਕਿ ਤੇਲ ਤੁੰਬੜੇ ਵਰਗੇ ਵਿਦਵਾਨ, ਨਵਲੱਖਾ ਵਰਗੇ ਕਾਰਕੁਨ ਜੋ ਲੋਕਾਂ ਦੇ ਹੱਕ 'ਚ ਸੋਚਦੇ ਰਹੇ ਤੇ ਫਿਰ ਉਹਨਾਂ ਨੂੰ ਜੇਲ੍ਹਾਂ 'ਚ ਜਾਣਾ ਪੈਂਦਾ ਹੈ, ਜਾਂ ਕਿਸੇ ਵੀ ਘਟਨਾ ਕਰਕੇ, ਜਾਂ ਹਰ ਰੈਜੀਮੈਂਟ ਦੀ ਇੱਕ ਆਪਣੀ ਮਰਿਆਦਾ ਦੀ ਗੱਲ ਸੀ ਤੇ ਮਰਿਆਦਾ ਦੀ ਗੱਲ ਕਰਦਿਆਂ ਜੇ ਕਿਸੇ ਨੂੰ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਸਰਕਾਰਾਂ ਮੰਗਣ ਲੱਗ ਪੈਣ ਤਾਂ ਇਹ ਸੱਚਮੁੱਚ ਬੁਰਾ ਰੁਝਾਨ ਹੈ। ਅਤੇ ਜਲਿਆਂਵਾਲੇ ਬਾਗ ਤੋਂ ਜਿਹੜੀ ਲਾਟ ਚੱਲੀ ਸੀ, ਜਿਹੜੀ ਚੇਤਨਾ ਚੱਲੀ ਸੀ, ਹੁਣ ਇਸ ਰੂਪ ਵਿੱਚ ਖਾਸ ਕਰਕੇ ਇਹ ਪ੍ਰੋਫੈਸਰ ਸਾਹਿਬ, ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਸਾਡੇ ਪੰਜਾਬ ਦੇ ਲੋਕਾਂ ਵੱਲੋਂ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੀ ਪ੍ਰਤੀਨਿਧਤਾ ਤੁਸੀਂ ਕਰ ਰਹੇ ਹੋ ਇਸ ਵੇਲੇ, ਇਹ ਫੋਰਮ ਦੇ ਪ੍ਰਧਾਨ ਬਣ ਕੇ, ਕਨਵੀਨਰ ਬਣ ਕੇ, ਤੇ ਇਹ ਤੁਹਾਡੇ ਵੱਲੋਂ ਇਹ ਸ਼ੁਰੂ ਕੀਤਾ ਗਿਆ ਇਹ ਉਪਰਾਲਾ, ਤੇ ਅੱਗੇ 23 ਅਪ੍ਰੈਲ ਨੂੰ ਵੀ ਹੋਣਾ, ਇਹ ਅੱਗੇ ਤੁਰਨਾ ਇਹ ਸਿਲਸਿਲਾ, ਤੇ ਇਹ ਇੱਕ ਇਸ ਔਖ ਵਿੱਚ ਇਹਨੂੰ ਇੱਕ ਖੁਸ਼ਖਬਰ ਜਾਂ ਇੱਕ ਚੰਗਾ ਵਰਤਾਰਾ ਹੀ ਕਹਾਂਗੇ ਕਿ ਲੋਕ ਲਗਾਤਾਰ ਸੁਚੇਤ ਹੋ ਰਹੇ ਨੇ ਤੇ ਤੁਹਾਡੇ ਨਾਲ ਨੌਜਵਾਨੀ ਜੁੜ ਰਹੀ ਹੈ। ਤੇ ਇਹੋ ਜਿਹੀ ਸਾਰੀ ਵਿਸਥਾਰ 'ਚ ਗੱਲਬਾਤ ਸਾਡੇ ਟੀਵੀ ਪੰਜਾਬ ਦੇ ਦਰਸ਼ਕਾਂ ਨੂੰ ਦੱਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਆਪਾਂ ਫੇਰ ਵੀ ਮਿਲਦੇ ਰਵਾਂਗੇ ਜੀ। ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।